ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਘਾਟ, ਪਿੰਗ ਕਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ। ਅਸ਼ਟਪਦੀਆ ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਦਰ ਸੱਚਾ ਨੇਹੋ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਅੰਦਰ ਸੱਚਾ ਨੇਹੋ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਜੋ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਹੋਏ ਹਨ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਹਰ ਜਸ, ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਸ਼ਰਵਣ ਕਰਨ ਵਾਸਤੇ ਸੰਗਤ ਵਿੱਚ ਸੁਭਾਏਮਾਨ ਹੋ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਸਤ ਸੰਗਤ ਰੱਖੀ ਹੈ। ਵਿੱਚ ਸੰਗਤ ਹਰ ਪ੍ਰਭ ਬਸੈ ਜੀਓ, ਬੈਕੁੰਠ ਨਗਰ ਜਹਾਂ ਸੰਤ ਵਾਸਾ। ਇਸ ਵਾਸਤੇ ਕਹ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਇਹ ਸਾਧ ਸੰਗਤ ਬੈਕੁੰਠ ਧਾਮ ਆ, ਜਿੱਥੇ ਆ ਕੇ ਗੁਰੂ ਮਹਾਰਾਜ ਦੀ ਬਾਣੀ, ਇਤਿਹਾਸ ਦੀ ਵਿਚਾਰ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀ। ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬਜਾਏ ਜੀਓ। ਸੋ ਇਸ ਵਾਸਤੇ ਇਹ ਪਵਿੱਤਰ ਸਮਾਂ ਭਾਗਾਂ ਦੇ ਨਾਲ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੈ। ਧੰਨ ਧੰਨ ਬੇਬੇ ਨਾਨਕੀ ਜੀ
ਉਹਨਾਂ ਦੀ ਕਿਰਪਾਲਤਾ ਦਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਨਗਰ 'ਚ ਚਰਨ ਪਾ ਕੇ ਆਪਣੇ ਚਰਨਾਂ ਦੀ ਛੋਹ ਦੇ ਨਾਲ ਪਵਿੱਤਰਤਾ ਬਖਸ਼ਿਸ਼ ਕੀਤੀ। ਨਾਮ ਗਿਆਨ ਅੰਮ੍ਰਿਤ ਦੀਆਂ ਦਾਤਾਂ ਵੰਡੀਆਂ ਅੱਜ ਵੀ ਵੰਡ ਹੋ ਰਹੀਆਂ ਹਨ। ਇਹ ਉਹਨਾਂ ਦਾ ਹੀ ਪ੍ਰਤਾਪ ਹੈ। ਸੋ ਮਹਾਰਾਜ ਦੇ ਚਰਨ ਪੂਣੇ ਨਾਲ ਇਹ ਸਾਰੇ ਪਵਿੱਤਰ ਸਥਾਨ ਸੁਭਾਏਮਾਨ ਹੋਏ ਆ। ਤਿੰਨੇ ਪਿੰਡਾਂ ਵਿੱਚ ਇਹ ਸੰਗਰਾਂਦ ਵਾਲੇ ਦਿਨ ਆਮ ਸੰਗਤ ਇਕੱਠੀ ਹੁੰਦੀ ਹੈ। ਭਾਗਾਂ ਵਾਲੇ ਪਿੰਡ ਆ ਜਿੱਥੇ ਰੋਜ਼ਾਨਾ ਸੰਗਤ ਹੁੰਦੀ ਹੈ, ਪਰ ਇਹ ਗੁਰੂ ਮਹਾਰਾਜ ਦੇ ਇਤਿਹਾਸਕ ਸਥਾਨ ਹੋਣ ਦੇ ਕਾਰਨ ਪ੍ਰਬੰਧਕਾਂ ਦਾ ਸੁਚੱਜਾ ਉਦਮ ਹੈ। ਨਿਤਨੇਮ ਵੀ, ਕੀਰਤਨ ਵੀ, ਕਥਾ ਵੀ, ਹਰ ਵੇਲੇ ਬਾਣੀ ਦੇ ਪ੍ਰਵਾਹ ਚੱਲਦੇ ਹਨ। ਲੰਗਰਾਂ ਦੀ ਸੇਵਾ, ਸਰਾਵਾਂ ਦੀ, ਔਰ ਇਸ ਤਰ੍ਹਾਂ ਆਏ ਹੋਏ ਨੂੰ ਜੀ ਆਇਆਂ। ਇਹ ਗੁਰੂ ਮਹਾਰਾਜ ਦੀ ਆਪਣੀ ਰਹਿਮਤ ਔਰ ਬਖਸ਼ਿਸ਼ ਹੈ। ਸੋ ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੇ ਵਿਚਾਰ ਸ਼ਰਵਣ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਜੀ ਅਸ਼ਟਪਦੀ ਦੁਆਰਾ ਵਿਚਾਰ ਬਖਸ਼ਿਸ਼ ਕਰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਚੌਥਾ। ਅਸ਼ਟਪਦੀਆ ਘਰ ਦਸਵਾਂ। ਰਾਗ ਸੂਹੀ ਹੈ। ਚੌਥੇ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 8 ਪਦਾਂ ਦਾ ਇਹ ਸ਼ਬਦ ਹੈ। ਘਰ ਦਸਵਾਂ। 10ਵੇਂ ਘਰ ਵਿੱਚ ਤਾਲ ਵਿੱਚ ਕਿਰਪਾ ਕਰਦੇ ਹਨ, ਕਿਉਂਕਿ 17 ਤਾਲ ਤੱਕ ਬਾਣੀ ਵਿੱਚ ਵਿਚਾਰ ਆਉਂਦੇ ਹਨ। ਰਾਗੀ ਇਸ ਗੱਲ ਨੂੰ ਸਿਆਣੇ ਸਮਝਦੇ ਹਨ। ਔਰ ਵਾਹਿਗੁਰੂ ਪਰਮੇਸ਼ਰ ਏਕ ਓਂਕਾਰ ਸਤਿਗੁਰ ਪ੍ਰਸਾਦ ਇਹ ਮੰਗਲਾਚਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਸਰੂਪ ਹਨ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਅੰਦਰ ਸੱਚਾ ਨੇਹੋ। ਹਾਂ, ਅੰਦਰ ਜਿਹੜਾ ਸੱਚਾ ਨੇਹੋ ਪਿਆਰ ਹੈ, ਕਿਉਂਕਿ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚੈ ਸਭ ਕੋਇ। ਇਹ ਪਿਰਮ ਪਿਆਲਾ ਖਸਮ ਦਾ ਇਹ ਭਾਵ ਹੈ ਕਹਿੰਦੇ ਇਹ ਦਾਤ ਹੈ। ਇਹ ਬਾਜ਼ਾਰ 'ਚੋਂ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਜੇ ਪ੍ਰੇਮ ਮੁੱਲ ਮਿਲ ਜਾਏ ਤੇ ਫਿਰ ਮਹਾਰਾਜ ਬਾਣੀ ਕਹਿੰਦੇ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ। ਰਾਵਣ ਹੋਤੇ ਸੋ ਰਾਂਕਨ ਹੈ ਜਿਨ ਸਿਰ ਦੀਨੇ ਕਾਟ। ਇਹ ਰਾਵਣ ਤਾਂ ਬੜਾ ਅਮੀਰ ਸੀ, ਤੇ ਫਿਰ ਉਹ ਆਪਣੇ ਇਸ਼ਟ ਨੂੰ ਸਿਰ ਭੇਟ ਕਿਉਂ ਕਰਦਾ। ਇਸ ਵਾਸਤੇ ਦਮਕੋ ਦਮੜਿਆਂ ਦੇ ਨਾਲ ਖਰੀਦਣ ਵਾਲੀ ਚੀਜ਼ ਨਹੀਂ। ਜੇ ਪ੍ਰੇਮ ਮੁੱਲ ਮਿਲਦਾ ਹੋਵੇ ਫਿਰ ਤਾਂ ਅਮੀਰ ਆਦਮੀ ਖਰੀਦ ਜਾਣਗੇ। ਫਿਰ ਰਵਿਦਾਸ ਅਤੇ ਕਬੀਰ ਜੋ ਗਰੀਬ ਘਰਾਂ 'ਚ ਜੰਮੇ ਉਹ ਤਾਂ ਨਹੀਂ ਸੀ ਲੈ ਸਕਦੇ, ਜਾਂ ਅੱਜ ਵੀ ਨਹੀਂ ਲੈ ਸਕਣਗੇ। ਇਸ ਕਰਕੇ ਸੱਚੇ ਦੀ ਆਪਣੀ ਦਾਤ ਹੈ, ਜਿਹਦੇ ਉੱਪਰ ਪ੍ਰਸੰਨ ਹੁੰਦੇ ਆ, ਦਿੰਦੇ ਹਨ। ਅੰਦਰ ਸੱਚਾ ਨੇਹੋ। ਇਹ ਜਿਹੜਾ ਅੰਦਰ ਅੰਤਰਾਤਮੇ ਸੱਚਾ ਨੇਹੋ ਪਿਆਰ ਹੈ। ਲਾਇਆ ਪ੍ਰੀਤਮ ਆਪਣੇ ਪ੍ਰੀਤਮ ਪਿਆਰੇ ਨੇ ਆਪ ਹੀ ਲਾਇਆ, ਆਪ ਹੀ ਕਿਰਪਾ ਕਰਕੇ ਇਹਦੀ ਬਖਸ਼ਿਸ਼ ਕੀਤੀ ਹੈ। ਕਿਉਂ? ਪ੍ਰੇਮ ਦੇ ਅੱਖਰੇ ਢਾਈ ਹੈ। ਮਾਂ ਮੈਨੇ ਮਨ, ਮਾਂ ਮੈਨੇ ਮਮਤਾ, ਮਾਂ ਮੈਨੇ ਸੰਸਾਰੀ ਮੋਹ ਤੋਂ ਪਰੇ ਹੋ ਜਾਣਾ, ਇਹਦਾ ਨਾਮ ਪ੍ਰੇਮ ਹੈ ਨਾ। ਇਸ ਵਾਸਤੇ ਇਹ ਪ੍ਰੀਤਮ ਪਿਆਰੇ ਨੇ ਆਪ ਹੀ ਕਿਰਪਾ ਕਰਕੇ ਆਪਣੇ ਚਰਨਾਂ ਦਾ ਪਿਆਰ ਲਾਇਆ ਹੈ। ਤਨ ਮਨ ਹੋਏ ਨਿਹਾਲ। ਜਦੋਂ ਦੀ ਬਖਸ਼ਿਸ਼ ਹੁੰਦੀ ਹੈ, ਤਨ ਵੀ ਤਨ ਸੇਵਾ ਨਾ, ਮਨ ਸਿਮਰਨ।
ਬੁੱਧੀ ਗਿਆਨ ਵਿਚਾਰਨ ਨਿਹਾਲ ਦੁੱਖਾਂ ਤੋਂ ਰਹਿਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਾ ਗੁਰ ਦੇਖਾਂ ਸਾਹਮਣੇ, ਜਦੋਂ ਸਤਿਗੁਰਾਂ ਨੂੰ ਆਪਣੇ ਸਨਮੁਖ ਦੇਖੀਏ, ਭਾਵ ਪ੍ਰਤੱਖ ਤੌਰ 'ਤੇ ਗੁਰੂ ਮਰ ਦਾ ਦਰਸ਼ਨ ਕਰਨਾ ਕਰੀਏ। ਮੈਂ ਹਰ ਹਰ ਨਾਮ ਵਿਸਾਹੋ, ਮੈਨੂੰ ਹਰੀ ਹਰ ਪਰਮੇਸ਼ਰ ਦੇ ਨਾਮ ਦਾ ਵਿਸਾਹੋ ਭਰੋਸਾ ਹੈ। ਜੋ ਅਰਦਾਸ ਦੀ ਆਖਰੀ ਪੌੜੀ ਹੈ, ਉਹਦੇ 'ਚ ਇਹ ਸ਼ਬਦ ਵੀ ਮੰਗਿਆ ਜਾਂਦਾ ਨਾ ਕਿ ਵਿਸਾਹੋ ਭਰੋਸਾ ਦਾਨ ਬਖਸ਼ੋ। ਹਰੀ ਹਰ ਪਰਮੇਸ਼ਰ ਦੇ ਨਾਮ ਦਾ ਹੀ ਵਿਸਾਹੋ ਭਰੋਸਾ ਆ। ਬਾਕੀ ਚੀਜ਼ਾਂ ਤਾਂ ਬੇਵਿਸ਼ਵਾਸੀ ਕਰ ਜਾਂਦੀਆਂ ਨਾ, ਅਤੇ ਨਾਮ ਜਿਹੜਾ ਹੈ ਧੋਖਾ ਨਹੀਂ ਦਿੰਦਾ। ਜਦੋਂ ਸੰਕਟ ਆ ਵੀ ਜਾਂਦਾ, ਜਿਹਦੇ ਪੱਲੇ ਨਾਮ ਆ, ਨਾਮ ਦੇ ਪਿੱਛੇ ਨਾਮੀ ਆ, ਨਾਮੀ ਉਸ ਦੀ ਸਹਾਇਤਾ ਕਰਦਾ ਹੈ। ਇਸ ਕਰਕੇ ਮੈਨੂੰ ਨਾਮ ਔਰ ਨਾਮੀ ਦਾ ਵਿਸਾਹੋ ਭਰੋਸਾ ਹੈ। ਗੁਰ ਪੂਰੇ ਤੇ ਪਾਇਆ, ਇਹ ਜਿਹੜਾ ਭਰੋਸੇ ਵਾਲੀ ਬਿਰਤੀ ਹੈ, ਦ੍ਰਿੜ ਵਿਸ਼ਵਾਸ, ਇਹ ਅਵਸਥਾ ਪੂਰੇ ਗੁਰੂ ਤੋਂ ਪਾਈ ਹੈ। ਅੰਮ੍ਰਿਤ ਅਗਮ ਅਥਾਹੋ, ਇਹ ਨਾਮ ਅੰਮ੍ਰਿਤ ਰੂਪ ਹੈ। ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਜੰਮਣ ਵਾਲਾ ਦਾ ਚੱਕਰ ਮਿਟਾਉਣ ਵਾਲਾ ਹੈ, ਆਵਾਗਮਨ ਖਤਮ ਕਰਨ ਵਾਲਾ ਹੈ। ਅਗਮ, ਇਹਦੀ ਗਮਤਾ ਨਹੀਂ ਪਾਈ ਜਾਂਦੀ। ਅਥਾਹੋ, ਇਹਦੀ ਬਰਕਤ ਦੀ ਥਾਹ ਅੰਤ ਨਹੀਂ ਪਾਇਆ ਜਾਂਦਾ ਹੈ। ਰਹਾਉ, ਵਿਸਰਾਮ ਦੇ ਕੇ ਮਹਾਰਾਜ ਜੀ ਕਿਰਪਾਲਤਾ ਕਰਦੇ ਹਨ। ਹਉ ਸਤਿਗੁਰ ਵੇਖ ਵਿਗਸਿਆ, ਅਸੀਂ ਸਤਿਗੁਰੂ ਨੂੰ ਵੇਖ ਕੇ, ਉਹਨਾਂ ਦਾ ਦਰਸ਼ਨ ਕਰਕੇ ਵਿਗਸਿਆ, ਖਿੜ ਗਏ। ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਜਿਸ ਤਰ੍ਹਾਂ ਬੱਚਾ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਜੇ ਅੰਦਰ ਭਾਵਨਾ ਹੋਵੇ ਸਰਵਣ ਵਾਲੀ, ਅਤੇ ਮਿੱਤਰ ਮਿੱਤਰ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਜਿਹੜਾ ਗੁਰਸਿੱਖ ਹੈ, ਉਹ ਗੁਰੂ ਨੂੰ ਦੇਖ ਕੇ ਪ੍ਰਸੰਨ ਹੋ ਜਾਂਦਾ ਹੈ। ਉਹਦਾ ਅੰਤਰਾਤਮੇ ਖਿੜ ਜਾਂਦਾ ਹੈ। ਹਰ ਨਾਮੇ ਲੱਗਾ ਪਿਆਰ, ਉਹਦਾ ਹਰੀ ਦੇ ਨਾਮ ਨਾਲ ਪਿਆਰ ਲੱਗ ਗਿਆ, ਕਿਉਂਕਿ ਇਹ ਸੰਸਾਰ ਸਾਰਾ ਨਾਮ ਰੂਪ ਹੈ। ਕਿਉਂਕਿ ਪਰਮੇਸ਼ਰ ਜਿਹੜਾ ਹਸਤੀ ਭਾਤੀ ਪਿਰਿਆ ਰੂਪ ਹੈ, ਸਤਿਚਿਤ ਆਨੰਦ ਸਰੂਪ ਹੈ, ਅਤੇ ਨਾਮ ਰੂਪ ਸੰਸਾਰ ਹੈ। ਇਹ ਮਾਇਆ ਦੀਆਂ ਦੋ ਅੰਸ਼ਾਂ, ਅਤੇ ਤਿੰਨ ਪਰਮੇਸ਼ਰ ਸਤ ਸਰੂਪ ਹੈ, ਚਿਤ ਚੇਤਨ ਸਰੂਪ ਹੈ, ਔਰ ਆਨੰਦ ਸਰੂਪ ਹੈ। ਇਸ ਵਾਸਤੇ ਸਾਡਾ ਉਸ ਦੇ ਨਾਮ ਦੇ ਨਾਲ ਪਿਆਰ ਲੱਗ ਗਿਆ ਹੈ। ਕਿਰਪਾ ਕਰਕੇ ਮੇਲਿਆਂ, ਜਿੱਤੇ ਉਹਦੀ ਕਿਰਪਾ ਹੁੰਦੀ ਹੈ, ਉਹਨੂੰ ਆਪਣੇ ਚਰਨਾਂ ਨਾਲ ਮੇਲਿਆਂ ਨੂੰ ਮੇਲ ਲੈਂਦੇ ਆ। ਕਿਉਂਕਿ ਜਦੋਂ ਕਿਰਪਾ ਤੋਂ ਇਹ ਵਾਂਝਾ ਹੋ ਜਾਂਦਾ ਨਾ, ਫਿਰ ਵਿਛੜ ਜਾਂਦਾ। ਇਹਦਾ ਹੁਣ ਪ੍ਰਸ਼ਨ ਆ ਕਿ ਕੀ ਮਹਾਰਾਜ ਕੋਈ ਦਵੈਸ਼ ਕਰਦੇ ਹਨ? ਕਿਸੇ ਦੀ ਕਿਰਪਾ ਕਰ ਦਿੱਤੀ, ਕਿਸੇ 'ਤੇ ਨਾ ਕੀਤੀ? ਨਹੀਂ, ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਆ। ਜੇ ਤਾਂ ਹੁਣ ਗੁਰੂ ਘਰ 'ਚ ਕਾਲਾਂਗੇ ਨਿਸ਼ਕਾਮ ਹੋ ਕੇ, ਕਿਰਪਾ ਦੀ ਵੀ ਪੜ੍ਹਾਈ ਆ ਨਾ, ਇਹ ਵੀ ਸਕੂਲ ਆ। ਇਹ ਪੜ੍ਹਾਈ ਪੜ੍ਹਨੀ ਪੈਂਦੀ ਹੈ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਕਿ ਨਹੀਂ, ਫਿਰ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ। ਜਦੋਂ ਮਹਾਰਾਜ ਦੀ ਪ੍ਰਸੰਨਤਾ ਹੋਈ, ਫਿਰ ਕਿਰਪਾ ਮਿਲੀ। ਅਤੇ ਜਿਹੜੇ ਹੁਣ ਦੁਸ਼ਟ ਲੋਕ ਬੈਰ ਭਾਵਨਾ ਕਰਦੇ ਰਹੇ, ਜੇ ਉਹ ਕਹਿਣ ਵੀ ਕਿਰਪਾ, ਉੱਥੇ ਮਹਾਰਾਜ ਦਾ ਤਾਂ ਕਸੂਰ ਨਹੀਂ, ਉਹਨਾਂ ਦਾ ਆਪਣੇ ਕਰਮਾਂ ਦਾ ਹੀ ਕਸੂਰ ਹੈ। ਇਸ ਕਰਕੇ ਜਿਹੜਾ ਫਿਰ ਗੁਰੂ ਘਰ ਵਿੱਚ ਆ ਕੇ ਇਸ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਸਿਮਰਨ ਦੀ ਪੜ੍ਹਾਈ ਕਰਦਾ ਹੈ, ਕਿਰਪਾ ਕਰਕੇ ਉਹਨਾਂ ਨੂੰ ਮਹਾਰਾਜ ਆਪਣੇ ਨਾਲ ਵਿਛੜਿਆਂ ਨੂੰ ਮੇਲਿਆਂ ਨੂੰ ਮਿਲਾ ਲੈਂਦੇ ਹਨ। ਆਇਆ ਮੋਖ ਦੁਆਰ, ਉਹਨਾਂ ਨੇ ਮੋਖ ਦੁਆਰ, ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਇਸ ਨੂੰ ਪਾ ਲਿਆ ਹੈ। ਮੁਕਤੀ ਦਾ ਦਰਵਾਜ਼ਾ ਕੀ ਹੈ? ਸਾਧ ਸੰਗਤ। ਉਹ ਸਾਧ ਸੰਗਤ ਵਿੱਚ ਆਉਂਦੇ ਆ। ਇੱਥੇ ਆ ਕੇ ਜਿਹੜੀ ਬੰਧਨ ਤੋਂ ਰਹਿਤ ਅਵਸਥਾ ਹੈ,
ਇਹ ਪ੍ਰਾਪਤ ਹੁੰਦੀ ਆ। ਮੁਕਤੀ ਦਾ ਮਤਲਬ ਇਹ ਨਹੀਂ ਕਿ ਪੱਥਰ ਜੜ ਬਣ ਜਾਣਾ। ਬੰਧਨ ਤੋਂ ਜਿਹੜੀ ਰਹਿਤ ਅਵਸਥਾ, ਨਿਰਬੰਧ ਅਵਸਥਾ, ਉਹਨੂੰ ਉਹ ਪਾ ਲੈਂਦੇ ਹਨ। ਸਤਿਗੁਰ ਬਿਰਹੀ ਨਾਮ ਕਾ। ਸਤਿਗੁਰੂ ਜਿਹੜੇ ਹੈ ਉਹ ਨਾਮ ਦੇ ਬਿਰਹੀ ਪ੍ਰੇਮੀ ਹੈ। ਬਾਬਾ ਫਰੀਦ ਸਿੰਘ ਨੂੰ ਕਹਿੰਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਘਟ ਬਿਰਹਨ ਉਪਜੀ ਸੋ ਤਨ ਜਾਣ ਮਸਾਨ। ਉਹ ਤਾਂ ਸ਼ਮਸ਼ਾਨ ਭੂਮੀ ਵਰਗਾ ਫਿਰਦਾ ਆ, ਜਿੱਥੇ ਬਿਰਹਾ ਨਹੀਂ, ਉਹਦੇ ਵਿਛੋੜੇ ਪਿਆਰ ਦਾ ਦੁੱਖ ਨਹੀਂ। ਇਸ ਕਰਕੇ ਉਹ ਬਿਰਹੀ ਮੈਨੇ ਨਾਮ ਦਾ ਪ੍ਰੇਮੀ ਹੈ। ਹਰ ਨਾਮ ਜੇ ਮਿਲੇ ਤਾਂ ਤਨ ਮਨ ਦਿਓ। ਫਿਰ ਉਹ ਜਿਹੜਾ ਹੈ ਜੇ ਮਿਲ ਜਾਏ ਪ੍ਰੀਤਮ, ਜੇ ਬਖਸ਼ਿਸ਼ ਲੈਣੀ ਹੈ, ਤਨ ਵੀ ਅਤੇ ਮਨ ਵੀ ਗੁਰੂ ਨੂੰ ਸੌਂਪ ਦਿਓ। ਤਨ ਕਰਕੇ ਤਾਂ ਸੇਵਾ ਕਰੋ ਨਿਰਭਮਾਨ ਹੋ ਕੇ, ਮਨ ਕਰਕੇ ਹੰਕਾਰ ਤੋਂ ਰਹਿਤ ਹੋ ਕੇ ਸ਼ਬਦ ਦੀ ਔਰ ਬਚਨ ਦੀ ਕਮਾਈ ਕਰਨਾ ਕਰੋ। ਜੇ ਪੂਰਬ ਹੋਵੇ ਲਿਖਿਆ। ਮਹਾਰਾਜ ਕਹਿੰਦੇ ਇੱਥੇ ਵੀ ਇੱਕ ਬਚਨ ਹੈ, ਜੇ ਪੂਰਬ ਹੋਵੇ ਲਿਖਿਆ। ਜੇ ਪੂਰਬਲੇ ਪਹਿਲੇ ਜਨਮਾਂ ਦਾ ਲੇਖ ਲਿਖਿਆ ਹੋਵੇ, ਪਿੱਛੇ ਵੀ ਉਹ ਕਮਾਈ ਕਰਦਾ ਆਇਆ, ਕੋਈ ਕਮੀ ਰਹਿ ਗਈ ਸੀ ਅਤੇ ਮਹਾਰਾਜ ਨੇ ਫਿਰ ਉਹਨੂੰ ਚਾਨਸ ਦੇ ਦਿੱਤਾ, ਸਮਾਂ ਮੌਕਾ ਦੇ ਦਿੱਤਾ ਵੀ ਤੈਨੂੰ ਹੋਰ ਸਮਾਂ ਦੇ ਦਿੰਦੇ ਹਾਂ, ਜਨਮ ਦੇ ਦਿੰਦੇ ਗੁਰਸਿੱਖਾਂ ਦੇ ਘਰ। ਜੇ ਪੂਰਬ ਹੋਵੇ ਲਿਖਿਆ, ਜੇ ਪਿਛਲੇ ਜਨਮਾਂ ਦਾ ਲੇਖ ਲਿਖਿਆ ਹੋਵੇ ਤਾਂ ਅੰਮ੍ਰਿਤ ਸਹਿਜ ਪੀਓ। ਤਾਂ ਫਿਰ ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਸਹਿਜ ਸੁਤੇ ਸਿੱਧ ਹੀ ਇਸ ਅੰਮ੍ਰਿਤ ਰਸ ਨੂੰ ਪੀਏ ਉਹ ਮੈਨੇ ਉਹ ਪੀਂਦੇ ਹਨ। ਕਿਉਂਕਿ ਜਿਹੜਾ ਅਰਜਨ ਨੇ ਪੁੱਛਿਆ ਕ੍ਰਿਸ਼ਨ ਜੀ ਮਹਾਰਾਜ ਜੀ ਨੂੰ, ਅਤੇ ਮਹਾਰਾਜ ਜਿਹੜਾ ਯੋਗ ਭ੍ਰਿਸ਼ਟ ਪੁਰਸ਼ ਆ, ਉਹਦੇ ਵਾਸਤੇ ਕਹਿੰਦੇ ਉਹਨੂੰ ਮੈਂ ਦੁਬਾਰਾ ਫਿਰ ਗੁਰਮੁਖਾਂ ਦੇ ਘਰ ਜਨਮ ਦਿੰਦਾ ਅਤੇ ਉਹਨੂੰ ਸਵਰਗ ਦੇ ਸੁੱਖ ਭੋਗਾਉਣਾ, ਇੱਥੇ ਵੀ ਸ਼੍ਰੀਮਾਨ ਕੁਲਾਂ ਜਨਮ ਦਿੰਦਾ ਅਤੇ ਉਸ ਨੂੰ ਨਰਕ ਨਹੀਂ ਭੇਜਦਾ। ਕਿਉਂ ਭਜਨ ਕਰਦੇ ਤੋਂ ਕੋਈ ਗਲਤੀ ਹੋ ਗਈ, ਉਹਨੂੰ ਫਿਰ ਮਹਾਰਾਜ ਸੁਧਾਰਨ ਵਾਸਤੇ ਸਮਾਂ ਦੇ ਦਿੰਦੇ ਆ। ਇਸ ਵਾਸਤੇ ਸਹਿਜ ਸੁਤੇ ਸਿੱਧ ਹੀ ਵਿਚਾਰ ਪ੍ਰਾਪਤ ਕਰਕੇ ਨਾਮ ਰੂਪੀ ਅੰਮ੍ਰਿਤ ਨੂੰ ਉਹ ਪੀਂਦੇ ਹਨ। ਸੁਤਿਆ ਗੁਰ ਸਾਲਾਈਐ। ਕਹਿੰਦੇ ਮਹਾਰਾਜ ਵੀ ਭਜਨ ਬਾਰੇ ਆਪ ਕਿਰਪਾ ਕਰੋ, ਕੋਈ ਸਮਾਂ ਦੱਸੋ ਕਿਵੇਂ ਕਦੋਂ ਕੀਤਾ ਜਾਏ। ਕਹਿੰਦੇ ਸੁਤਿਆਂ, ਕਿਉਂਕਿ ਜੇ ਹੁਣ ਕੀਰਤਨ ਸਵੇਰੇ ਦਾ ਪਾਠ ਕਰਦੇ ਅਤੇ ਸਤਿਨਾਮ ਸਤਿਨਾਮ ਕਰਦੇ ਸੋਵਾਂਗੇ, ਸੁਪਨੇ ਵੀ ਉਹੋ ਜਿਹੇ ਹੋਣਗੇ। ਅਤੇ ਜੇ ਫਿਰ ਉਹ ਕਹਿੰਦੀਆਂ ਫਿਲਮਾਂ ਫੁਲਮਾਂ ਦੇਖਦੇ, ਫਿਰ ਉਸ ਤਰ੍ਹਾਂ ਦਾ ਹੀ ਮਨ 'ਤੇ ਪ੍ਰਭਾਵ ਹੁੰਦਾ ਹੈ। ਫਿਰ ਸੌਣ ਵੇਲੇ ਵੀ ਸੁਤਿਆਂ ਵੀ ਅਤੇ ਉਹਦੇ ਨਾਮ ਦੀ ਸਲੋਤਾ ਕਰਦੇ ਰਹੀਏ। ਉੱਠਦਿਆਂ ਭੀ ਗੁਰ ਆਲਾਓ। ਜਿਹਦੇ ਉੱਠਣਾ ਆ, ਕਈਆਂ ਦਾ ਤਾਂ ਹੁੰਦਾ ਉੱਠਦੇ ਹੀ ਸੌਣ ਵੇਲੇ ਗਾਲਾਂ ਕੱਢ ਕੇ ਸੌਣਗੇ, ਉੱਠਣ ਵੇਲੇ ਵੀ ਨਿੰਦਿਆ ਚੁਗਲੀ ਕਰਦੇ। ਕਹਿੰਦੇ ਉੱਠਦਿਆਂ ਉੱਠਣ ਵੇਲੇ ਵੀ ਉਸ ਦੀ ਸਲੋਤਾ ਜਿਹੜੀ ਉਸਤਤ ਹੈ ਉਹ ਕਰਨਾ ਕਰੋ। ਕੋਈ ਐਸਾ ਗੁਰਮੁਖ ਜੇ ਮਿਲੈ। ਜੇ ਕੋਈ ਐਸਾ ਗੁਰਮੁਖ ਪਿਆਰਾ ਜਿੱਥੇ ਗੁਰੂ ਮਹਾਰਾਜ ਦੀ ਮਿਹਰ ਉਹ ਮਿਲ ਜਾਵੇ, ਓ ਤਾਕੇ ਧੋਆ ਪਾਓ। ਮੈਂ ਉਹਨਾਂ ਤੋਂ ਬਖਸ਼ਿਸ਼ ਲੈਣ ਵਾਸਤੇ ਉਹਨਾਂ ਦੇ ਚਰਨਾਂ ਨੂੰ ਧੋਣ ਵਿੱਚ ਵੀ ਗੁਰੇਜ਼ ਨਹੀਂ ਮੰਨਾਂਗਾ। ਕਿਉਂਕਿ ਵੱਡੇ ਪੁਰਸ਼ਾਂ ਤੋਂ ਕਦੋਂ ਕੋਈ ਚੀਜ਼ ਲੈਣੀ ਆ, ਫਿਰ ਨਿਰਮਾਣ ਬਣ ਕੇ ਲਈ ਜਾਂਦੀ ਹੈ। ਜੇ ਹੁਣ ਡੰਡੇ ਜਾਂ ਧੱਕੇ ਨਾਲ ਉਸਤਾਦ ਤੋਂ ਕਹਾਂ ਮੈਂ ਗੁਣ ਲੈ ਲਵਾਂ ਟੀਚਰ ਤੋਂ, ਇਉਂ ਤਾਂ ਮਿਲੇਗਾ ਨਹੀਂ। ਉੱਥੇ ਨਿਮਰਤਾ ਧਾਰਨੀ ਪਏਗੀ, ਉਹਦੀ ਸੇਵਾ ਉਹਨੂੰ ਪ੍ਰਸੰਨ ਕਰਨਾ ਪਏਗਾ। ਕਿਉਂ ਵਿਦਿਆ ਦੇ ਉਪਾਅ ਇਹ ਹੀ ਹੈ ਨਾ, ਗੁਰ ਸੇਵਾ ਵਾ ਦਰਬ ਕਰ। ਜਾਂ ਤਾਂ ਗੁਰੂ ਦੀ ਸੇਵਾ ਨਾ, ਅਤੇ ਜਾਂ ਫਿਰ ਧਨ ਨਾਲ, ਜਿਵੇਂ ਅੱਜ ਕੱਲ੍ਹ ਫੀਸਾਂ ਦੇ ਦਿੱਤੀਆਂ, ਟਿਊਸ਼ਨਾਂ ਟਿਊਸ਼ਨਾਂ ਪੜ੍ਹ ਲਿਆ, ਅਤੇ ਜਾਂ ਉਹਨੂੰ ਗੁਣ ਦੇ ਦਿੱਤਾ, ਉਹਨੂੰ ਉਸ ਤੋਂ ਗੁਣ ਲੈ ਲਿਆ, ਗੁਣਾਂ ਦਾ ਬਟਵਾਰਾ ਕਰ ਲਿਆ। ਤਿੰਨੇ ਢੰਗ ਆ, ਚੌਥਾ ਹਿਤ ਨਾ ਕੋਈ ਹੈ ਨਹੀਂ, ਕੋਈ ਚੌਥਾ। ਇਸ ਵਾਸਤੇ ਪਾਤਸ਼ਾਹ ਦੱਸਦੇ ਆ ਕਿ ਜੇ ਕੋਈ ਸਿਆਣਾ ਮਿਲ ਜਾਏ, ਜਿੱਥੋਂ ਮੈਨੂੰ ਨਾਮ ਬਾਣੀ ਦੀ ਵਿਚਾਰ ਆਤਮਾ ਗਿਆਨ ਦੀ ਸੋਝੀ ਮਿਲਣ ਦੀ ਆਸ ਹੋਵੇ, ਉਹਨਾਂ ਦੇ ਚਰਨਾਂ ਨੂੰ ਧੋਵਾਂਗਾ। ਭਾਵ
ਨਿਰਮਾਣ ਹੋ ਕੇ ਦਾਸ ਬਣ ਕੇ ਸੇਵਾ ਕਰਾਂਗਾ। ਕੋਈ ਐਸਾ ਸੱਜਣ ਲੋੜ ਲਹੋ। ਕੋਈ ਐਸਾ ਸੱਜਣ ਜਿੱਥੋਂ ਤੈਨੂੰ ਉਹਦੀ ਪ੍ਰਾਪਤੀ ਦਾ ਰਸਤਾ ਮਿਲੇ, ਤੇਰੀਆਂ ਲੋੜਾਂ ਪੂਰੀਆਂ ਹੋਣ। ਉਹ ਲੋੜ ਲੈਣਾ ਕਰ, ਲੱਭ ਲੈਣਾ ਕਰ, ਖੋਜ ਲੈਣਾ ਕਰ। ਮੈਂ ਪ੍ਰੀਤਮ ਦੇ ਮਿਲਾਏ। ਜਿਹੜਾ ਮੈਨੂੰ ਪਿਆਰਾ ਪ੍ਰੀਤਮ ਗੁਰੂ ਨਿਰੰਕਾਰ ਪਰਮੇਸ਼ਰ ਉਹਨੂੰ ਮਿਲਾ ਦੇਵੇ। ਬਾਬਾ ਭਾਗ ਸਿੰਘ ਰਾਵਲਪਿੰਡੀ ਹੋਇਆ ਕੁਰੀ ਵਾਲੇ, ਉਹ ਮਨ 'ਚ ਸੰਕਲਪ ਹੋ ਗਿਆ ਕਿ 1.25 ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ। ਪੁਰਾਣੇ ਗੁਰਸਿੱਖਾਂ 'ਚ ਰਵਾਇਤ ਹੁੰਦੀ ਸੀ, ਕੋਈ 25 ਕਰਕੇ, ਕੋਈ 51 ਕਰਕੇ, ਕੋਈ 75 ਕਰਕੇ, ਕੋਈ 101, ਕੋਈ 125। ਆਪੋ ਆਪਣੀ ਬੁੱਧੀ ਦੀ ਸਮਰੱਥਾ ਮੁਤਾਬਕ ਹੈ, ਰੀਸ ਤਾਂ ਇੱਕ ਦੂਏ ਦੀ ਹੁੰਦੀ ਨਹੀਂ। ਸੋ ਇਸ ਵਾਸਤੇ ਜਦੋਂ 40,000 ਪਾਠ ਹੋਇਆ, ਦਿਵ ਸ਼ਕਤੀਆਂ ਕਾਫੀ ਪੈਦਾ ਹੋਣ ਲੱਗ ਗਈਆਂ। ਕਹਿਣ ਲੱਗੇ ਐਸਾ ਨਾ ਹੋਵੇ ਕਿ ਚਮਤਕਾਰੇ ਮੂਹਰੇ ਆਪਾਂ ਨਾ ਉਸ ਚੀਜ਼ ਨੂੰ ਬਰਦਾਸ਼ਤ ਕਰ ਸਕੀਏ। ਵੀ ਕੋਈ ਉਸਤਾਦ ਮਹਾਂਪੁਰਖ, ਫਿਰ ਉਸ ਵੇਲੇ ਊਨੇ ਵਾਲੇ ਮਹਾਂਪੁਰਖ ਬਾਬਾ ਸਾਹਿਬ ਬੇਦੀ ਪੰਥ ਵਿੱਚ ਪ੍ਰਸਿੱਧ ਮਹਾਂਪੁਰਖ ਸੀ। ਫਿਰ ਉਹਨਾਂ ਦੇ ਚਰਨਾਂ 'ਚ ਆਏ ਉਹ ਅੰਤਰਜਾਮੀ, ਕਹਿੰਦੇ ਭਾਗ ਸਿੰਘ ਤੇਰੇ ਪਾਠ ਮੈਂ ਪੂਰੇ ਕਰਾਵਾਂਗਾ। ਡੋਲ ਉਹਨਾਂ ਨੂੰ ਫਿਰ ਸੇਵਾ ਦੇ ਦਿੱਤੀ, ਸੇਵਾ ਕਰਦੇ ਰਹੇ। ਫਿਰ ਦੇਖੀਏ ਵੀ ਜੀਵਤ ਭਾਅ ਤੋਂ ਮਰੇ ਆ ਕਿ ਨਹੀਂ। ਕਹਿੰਦੇ ਸਾਡੇ ਆ ਘੋੜੇ ਘੋੜੀਆਂ ਫਲਾਣੇ ਜੱਟ ਦੇ ਖੇਤ ਚਾਰ ਕੇ ਲਿਆ ਕਰ। ਹੁਣ ਅਲਾਮਤ ਦੇਣੇ ਸੀ ਜੀ ਫਸਲ ਉਜੜਦੀ। ਕਹਿੰਦੇ ਜੀ ਤੁਹਾਡਾ ਨਵਾਂ ਸ਼ਾਗਿਰਦ ਆਇਆ, ਇਹ ਮੇਰੀ ਫਸਲ ਆ ਜਾੜਤੀ। ਉਹਨੂੰ ਉਹਦਾ ਹਰਜਾਨਾ ਭਰਤਾ ਮਹਾਂਪੁਰਖਾਂ ਨੂੰ, ਲੈ ਵੇ ਇਹਨਾਂ ਨੂੰ ਡਾਂਟ ਡਪਟ ਕੀਤੀ। ਦੂਈ ਵਾਰੀ ਫੇਰ ਅਲਾਮਾ, ਫਿਰ ਉਹਦਾ ਹਰਜਾਨਾ ਭਰਤਾ। ਤੀਜੀ ਵਾਰੀ ਫੇਰ ਕਹਿੰਦੇ ਤੂੰ ਤਾਂ ਅਲਾਮੇ ਦਵਾਉਣਾ। ਫਿਰ ਕੁੱਟਿਆ ਮਾਰਿਆ, ਚੱਲ ਦੌੜ ਜਾ ਤੂੰ। ਦਰਵਾਜ਼ੇ ਬੰਦ ਕਰਤੇ, ਮੀਂਹ ਹਨੇਰੀ ਘੜੇ ਆ ਗਏ। ਕਹਿੰਦੇ ਮਹਾਰਾਜ ਇਹ ਬੜੇ ਨਿਸ਼ਕਾਮ ਸੇਵਕ ਸੀ, ਬਖਸ਼ੋ। ਉਹਨਾਂ ਨੂੰ ਵੀ ਤਾੜਿਆ, ਜਿਹੜੇ ਸੰਗਤ ਨੇ ਜ਼ਿਆਦਾ ਬੇਨਤੀ। ਕਹਿੰਦੇ ਖੋਲ੍ਹੋ ਦਰਵਾਜ਼ਾ। ਕਹਿੰਦੇ ਤੂੰ ਗਿਆ ਨਹੀਂ, ਇੱਥੇ ਕੀ ਕਰਦਾ। ਕਹਿੰਦੇ ਥਾਂ ਕੋਈ ਨਹੀਂ, ਜਾਵਾਂ ਕਿੱਥੇ। ਕਹਿੰਦੇ ਆ ਜਾ। ਫਿਰ ਬਖਸ਼ਾਂ ਦੇਤੀਆਂ ਵੀ ਹੁਣ ਇਹਦੇ 'ਚ ਹੋਮੇ ਦਾ ਬੀਜ ਨਹੀਂ ਰਿਹਾ, ਵੀ ਆਪੇ ਤਾਂ ਤੁਸੀਂ ਉਹਦੇ ਖੇਚ ਘੋੜੇ ਘੋੜੀਆਂ ਚਾਰਨ ਭੇਜਦੇ ਆ, ਹੈਂ ਉਹਨੂੰ ਉਹਦਾ ਖਰਚਾ ਦੇ ਦਿੰਦੇ ਆ, ਮੈਨੂੰ ਡਾਂਟ ਡਾਫਟ ਕਰਦੇ ਕੁੱਟਦੇ ਆ। ਹੋਂਦ ਮਿਟਾਈ, ਕਿਉਂਕਿ ਜਿੰਨਾ ਚਿਰ ਇਹ ਆਪਣੀ ਹੋਂਦ ਬਣਾ ਕੇ ਬਹਿੰਦਾ ਉਹਨਾਂ ਚਿਰ ਇੱਥੋਂ ਲੱਜਣਾ ਲਿਆਉਣਾ ਕੀ ਹੈ। ਇਹਦਾ ਨਾਂ ਜੀਵਤ ਭਾਅ ਤੋਂ ਮਰਨਾ, ਹੰਕਾਰ ਤੋਂ ਰਹਿਤ ਹੋਣਾ। ਪਹਿਲਾਂ ਮਰਨ ਕਬੂਲ, ਪੰਗਤੀ ਸਾਰੀ ਪੜ੍ਹੀ ਜਾਂਦੇ, ਪਰ ਇੱਥੇ ਖੜ੍ਹਨਾ ਬਹੁਤ ਔਖਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਹਾਂਜੀ ਪੜ੍ਹੋ। ਕੋਈ ਐਸਾ ਸੱਜਣ ਲੋੜ ਲਹੋ। ਕੋਈ ਐਸਾ ਸੱਜਣ, ਉਸ ਨੂੰ ਪ੍ਰਾਪਤ ਕਰ ਲੈਣਾ ਕਰੋ। ਮੈਂ ਪ੍ਰੀਤਮ ਦੇ ਮਿਲਾਏ। ਜਿਹੜਾ ਮੈਨੂੰ ਉਸ ਪਿਆਰੇ ਪ੍ਰੀਤਮ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਨਾਲ ਮਿਲਾ ਦੇਣਾ ਕਰੇ। ਸਤਿਗੁਰ ਮਿਲਿਆ ਹਰ ਪਾਇਆ। ਕਹਿੰਦੇ ਮਿਲਣ ਦਾ ਰਸਤਾ ਤਾਂ ਫਿਰ ਗੁਰੂ ਹੀ ਹੈ। ਗੁਰੂ ਤੋਂ ਬਿਨਾਂ ਤਾਂ ਮੁਸ਼ਕਿਲ ਆ। ਜਦੋਂ ਸਤਿਗੁਰ ਮਿਲ ਗਏ ਅਤੇ ਉਹਨਾਂ ਦੇ ਮਿਲਾਪ ਦਾ ਫਲ ਇਹ ਹੈ, ਫਿਰ ਪਰਮੇਸ਼ਰ ਨੂੰ ਪਾ ਲਈਦਾ ਹੈ। ਮਿਲਿਆ ਸਹਿਜ ਸੁਭਾਏ। ਜਦੋਂ ਉਹਨਾਂ ਦੀ ਬਖਸ਼ਿਸ਼ ਹੋ ਜਾਏ ਫਿਰ ਸਹਿਜ ਸੁਭਾਏ, ਸੋਤੇ ਸਿੱਧੇ ਹੀ ਬਰਕਤ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰ ਸਾਗਰ ਗੁਣ ਨਾਮ ਕਾ। ਸਤਿਗੁਰੂ ਜਿਹੜੇ ਗੁਣਾਂ ਦੇ ਨਾਮ ਦੇ ਸਾਗਰ ਆ। ਇੱਕ ਤਾਂ ਹੁੰਦਾ ਐਵੇਂ ਛੋਟੀਆਂ ਛੋਟੀਆਂ ਛੱਪੜੀਆਂ, ਉੱਥੇ ਫਿਰਦੇ ਰਹਿਣਾ। ਕਬੀਰ ਸਾਹਿਬ ਨੇ ਬੜਾ ਸੋਹਣਾ ਸਲੋਕ ਕਿਹਾ ਨਾ, ਕਬੀਰ ਸਮੁੰਦਰ ਨਾ ਛਾਡੀਏ ਜੋਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ। ਕਹਿੰਦੇ ਸਮੁੰਦਰ 'ਚ ਭਾਵੇਂ ਖਾਰਾ ਹੀ ਆ, ਸਮੁੰਦਰ ਨਾ ਛੱਡੋ, ਕਿਉਂਕਿ ਹੀਰੇ ਜਵਾਹਰ ਤਾਂ ਉੱਥੋਂ ਹੀ ਮਿਲਣੇ ਆ। ਪੋਖਰ ਪੋਖਰ ਛੱਪੜਾਂ 'ਚੋਂ ਛੱਪੜੀਆਂ 'ਚ ਢੂੰਡਦਿਆਂ ਕੀ ਲੱਜੂਗਾ। ਗਾਰਾ ਜਾਲਾ, ਹਾਂਜੀ ਬੂਰਾ ਹੀ ਮਿਲੂਗਾ। ਕਿਰਮ ਕੀੜੇ ਪਏ ਹੋਣਗੇ ਗੰਦੇ ਪਾਣੀ 'ਚ। ਇਹ ਸਾਗਰ ਨਾ ਛੱਡੋ। ਗੁਰੂ ਘਰ ਵਿੱਚ ਭਾਵੇਂ ਕਹਿੰਦੇ ਕਰੜੀ ਪ੍ਰੀਖਿਆ ਆ, ਇਹ ਖਾਰੀ ਲੱਗਦੀ ਹੈ, ਇਹ ਬੰਦ ਕੱਟਣਾ ਪਾਉਣਾ
ਘਟਾਉਣਾ ਪੈਂਦਾ। ਹਾਰੇ ਜੂਰਾ ਨਾ ਮਾਸ, ਚਰਖੜੀਆਂ 'ਤੇ ਤੁੰਬੇ ਤੁੰਬੇ ਹੁੰਦੇ ਆ। ਅਸੀਂ ਇਹਨਾਂ ਦੇ ਸਿੱਖ ਬਣ ਕੇ ਕੀ ਲੈਣਾ। ਕਹਿੰਦੇ ਇਹ ਖਾਰ ਨਾ ਦੇਖੋ, ਕਹਿੰਦੇ ਬਰਕਤਾਂ ਸਾਰੀਆਂ ਫਿਰ ਵੀ ਇੱਥੋਂ ਹੀ ਮਿਲਣੀਆਂ। ਸੋ ਇਸ ਵਾਸਤੇ ਅਤੇ ਕਹਿੰਦੇ ਨਾ ਵੀ ਇਹ ਤਾੜਨਾ ਨਹੀਂ ਤਾਰਨਾ, ਗੁਰੂ ਮਹਾਰਾਜ ਬਖਸ਼ਿਸ਼ ਕਰਦੇ। ਇਸ ਕਰਕੇ ਪਾਤਸ਼ਾਹ ਦੱਸਦੇ ਹਨ ਸਤਿਗੁਰ ਸਾਗਰ ਗੁਣ ਨਾਮ ਕਾ, ਇਹ ਸਤਿਗੁਰੂ ਗੁਣਾਂ ਦੇ ਔਰ ਨਾਮ ਦੇ ਸਾਗਰ ਹੈ। ਅਤੇ ਇਸ ਵਾਸਤੇ ਹੁਣ ਨਾਮ ਤਾਂ ਬਹੁਤ ਦੇ ਦਿੰਦੇ ਆ। ਅਤੇ ਜੇ ਦੇਖੀਏ ਕਿ ਉਹਨਾਂ 'ਚ ਕੋਈ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਬਣਿਆ, ਉਹ ਤਾਂ ਕੋਈ ਲੱਜਦਾ ਨਹੀਂ। ਇਹ ਬਰਕਤਾਂ ਪੂਰੇ ਸਤਿਗੁਰੂ ਵੀ ਬਖਸ਼ਿਸ਼ ਕਰ ਸਕਦੇ ਹਨ। ਮੈਂ ਤਿਸ ਦੇਖਣ ਦਾ ਚਾਉ, ਮੈਨੂੰ ਫਿਰ ਪਰਮਾਤਮਾ ਦੇ ਦੇਖਣ ਦਾ ਚਾਅ ਹੈ। ਜਿੰਨਾ ਚਿਰ ਚਾਅ ਨਹੀਂ ਨਾ ਪੈਦਾ ਹੁੰਦਾ, ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ। ਜੇ ਤਾਂ ਵਿਦਿਆਰਥੀ ਚਾਅ ਨਾਲ ਵਿੱਦਿਆ ਪੜ੍ਹੂ, ਫਿਰ ਤਾਂ ਕੁਛ ਲੈ ਲਓ, ਅਤੇ ਜਿਵੇਂ ਧੱਕਿਆ ਸਿਖਾਇਆ ਜਾਂਦਾ, ਹਾਂਜੀ ਕਿੰਨੇ ਕੁ ਦਿਨ ਜਾਊਗਾ। ਇਸ ਵਾਸਤੇ ਮਨ ਦੇ ਅੰਦਰ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗੇ ਮੰਦਰ। ਅੰਦਰ ਚਾਅ ਪੈਦਾ ਹੋਣਾ, ਸ਼ੌਕ ਪੈਦਾ ਹੋਣਾ, ਉਹ ਤਾਂ ਫਿਰ ਰੁਕਦਾ ਹੀ ਨਹੀਂ ਜਿਹਨੂੰ ਚਾਅ ਆ। ਸੱਪਾਂ ਵਾੜ ਸਮੁੰਦ ਕਰ, ਸ਼ੇਰਾਂ ਪੈ ਬੁਕਣ, ਜੇ ਜੰਮ ਹੋਵੇ ਪਾਹਰੂ ਪ੍ਰੇਮੀ ਕਦੇ ਨਾ ਰੋਕਣ। ਸੱਪਾਂ ਦੀ ਵਾੜ ਹੋਵੇ, ਹਾਂਜੀ ਗੁਰੂ ਦਾ ਸਮੁੰਦਰ 'ਚ ਘਰ ਹੋਵੇ, ਸ਼ੇਰ ਬੁੱਕਦੇ ਹੋਣ, ਹਾਂਜੀ ਪ੍ਰੇਮੀ ਨਹੀਂ ਰੁਕਦੇ। ਉਹ ਤਾਂ ਜਾਂਦੇ ਆ, ਉਹ ਨਹੀਂ ਰੁਕਦੇ। ਹੁਣ ਸ੍ਰੀ ਅਨੰਦਪੁਰ ਸਾਹਿਬ 8-8 ਮਹੀਨੇ ਘੇਰੇ ਪੈ ਰਹਿੰਦੇ ਸੀ। ਉੱਥੇ ਜੂਝਣ ਵਾਲੇ ਵੀ ਸੀ, ਜਾਣ ਵਾਲੇ ਵੀ ਸੀ, ਰਸਤਾ ਪਾਣੀ ਪਹੁੰਚਾਉਂਦੇ ਸੀ, ਕਿਸ ਤਰ੍ਹਾਂ ਜਾਂਦੇ ਸੀ ਪ੍ਰੇਮੀ। ਹੁਣ ਤਾਂ ਦੇਖ ਲਓ ਸਾਰੀ ਤਰ੍ਹਾਂ ਸੁੱਖ ਸੁਵਿਧਾ ਸਵਾਰੀਆਂ, ਫਿਰ ਵੀ ਆਪਾਂ ਔਖਿਆਈ ਸਮਝਦੇ ਹਾਂ। ਪਰ ਉਹ ਜਿਹੜੇ ਪ੍ਰੇਮੀ, ਉਹਨਾਂ ਦੀ ਅਵਸਥਾ ਤਾਂ ਅਲੌਕਿਕ ਹੀ ਹੈ। ਬਾਬੇ ਫਰੀਦ ਨੇ ਫਰੀਦਾ ਗਲੀਆਂ ਚਿਕਣ ਦੂਰ ਕਰ, ਨਾਲ ਪਿਆਰੇ ਨੇਹੋ ਚਲੰਦ ਭਿਜੇ ਕਮਲੀ ਰਾਹਾਂ ਦਾ ਟੁੱਟੈ ਨੇਹੋ। ਇਹ ਪ੍ਰੇਮੀਆਂ ਦੀ ਅਵਸਥਾ ਹੈ। ਇਸ ਵਾਸਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮੈਂ ਤਿਸ ਦੇਖਣ ਕਾ ਚਾਉ, ਮੈਨੂੰ ਫਿਰ ਪਰਮਾਤਮਾ ਦੇ ਦੇਖਣ ਦਾ ਚਾਅ ਹੈ। ਹਉ ਤਿਸ ਬਿਨ ਘੜੀ ਨਾ ਜੀਵਉ, ਚਾਅ ਦੀ ਨਿਸ਼ਾਨੀ ਕੀ ਹੈ। ਕਹਿੰਦੇ ਮੈਂ ਉਹ 'ਤੇ ਬਿਨਾਂ ਇੱਕ ਘੜੀ 24 ਮਿੰਟ ਵੀ ਜੀ ਨਹੀਂ ਸਕਦਾ ਹਾਂ। ਬਿਨ ਦੇਖੇ ਮਰ ਜਾਓ, ਬਿਨਾਂ ਉਹਦੇ ਦ੍ਰਿਸ਼ ਤੋਂ ਅਸੀਂ ਮਰ ਜਾਂਦੇ ਹਾਂ। ਉਸ ਜੀਵਨ ਨੂੰ ਅਸੀਂ ਵਿਅਰਥ ਨਿਕੰਮਾ ਸਮਝਦੇ ਹਾਂ, ਜਿਹੜਾ ਗੁਰੂ ਮਹਾਰਾਜ ਦੀ ਸੰਗਤ ਔਰ ਸਿਮਰਨ ਤੋਂ ਬਿਨਾਂ ਇੱਥੇ ਤਾਈਂ ਉਹ 'ਤੇ ਇੱਕ ਖਿੰਨ ਪਰ ਵੀ ਨਹੀਂ ਬਚ ਸਕਦੇ। ਜੋੜਾ ਐਸਾ ਹੈ। ਸੋ ਇਸ ਵਾਸਤੇ ਜਿਵੇਂ ਹੁਣ ਦੀਵਾ ਬਲਦਾ, ਕਿਰਲੀਆਂ ਵੀ ਜਾਂਦੀਆਂ, ਡੱਡੂ ਵੀ ਜਾਂਦੇ ਆ, ਸੱਪ ਵੀ ਜਾਂਦੇ ਆ, ਉਹ ਇੱਕ ਦੂਜੇ ਨੂੰ ਖਾਣ ਵਾਸਤੇ ਜਾਂਦੇ ਆ। ਪਤੰਗਾ ਵੀ ਜਾਂਦਾ ਕਿ ਨਹੀਂ, ਉਹ ਮੁੜਦਾ ਵਾਪਸ ਦੀਵੇ ਦੀ ਲਾਟ 'ਤੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਜਿਹੜੇ ਪ੍ਰੇਮੀ ਹੈ ਉਹ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਹਨ। ਉਹਨਾਂ ਨੂੰ ਆਪਣੇ ਜੀਵਨ ਨਾਲ ਨਹੀਂ, ਉਹਨਾਂ ਨੂੰ ਪਰਮਾਤਮਾ ਵਿੱਚ ਅਭੇਦ ਹੋਣ ਨਾਲ ਹੈ। ਇਸ ਵਾਸਤੇ ਪਾਤਸ਼ਾਹ ਜੀ ਸਮਤ ਬਖਸ਼ਦੇ ਹਨ। ਜਿਉ ਮਛਲੀ ਬਿਨ ਪਾਣੀ ਹੈ, ਅੱਗੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਾ ਕਿਤੈ ਉਪਾਏ, ਜਿੰਨੇ ਮਰਜ਼ੀ ਉਪਾਅ ਕਰ ਲਓ, ਉਹਦਾ ਜੀਵਨ ਹੀ ਪਾਣੀ ਹੈ। ਪਾਣੀ ਤੋਂ ਬਾਹਰ ਰਹਿ ਕੇ ਉਹ ਜ਼ਿੰਦੀ ਨਹੀਂ ਰਹਿ ਸਕਦੀ। ਸਾਰੇ ਉਪਾਅ ਨਿਸਫਲ ਹੋ ਜਾਂਦੇ ਹਨ। ਤਿਉ ਹਰ ਬਿਨ ਸੰਤ ਨਾ ਜੀਵਈ, ਜਿਹੜੇ ਸੰਤ ਮਹਾਂਪੁਰਖ ਆ ਬੰਦਗੀ ਵਾਲੇ, ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ ਜੀਂਦੇ। ਹਰ ਵੇਲੇ ਉਹਨਾਂ ਦੀ ਸੁਰਤੀ ਵਿਰਤੀ ਪਰਮਾਤਮਾ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਸੰਸਾਰੀ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹਨ। ਬਿਨ ਹਰ ਨਾਮੈ ਮਰ ਜਾਏ, ਬਿਨਾਂ ਹਰੀ ਦੇ ਨਾਮ ਤੋਂ ਉਹਨਾਂ ਦਾ ਮਰ ਜਾਣਾ ਹੁੰਦਾ, ਕਿਉਂਕਿ ਉਹਨਾਂ ਦਾ ਜੀਵਨ ਹੀ ਪਰਮੇਸ਼ਰ ਦਾ ਨਾਮ ਹੈ। ਮੈਂ ਸਤਿਗੁਰ ਸੇਤੀ ਪਿਰਹੜੀ, ਮੇਰੇ ਸਤਿਗੁਰਾਂ ਦੇ ਸੇਤੀ ਸਹਿਤ ਪਿਰਹੜੀ ਮੈਨੇ ਪ੍ਰੀਤੀ ਹੈ। ਕਿਉ ਗੁਰ ਬਿਨ ਜੀਵਾ ਮਾਉ, ਇਹ ਭਾਈ
ਅਸੀਂ ਗੁਰੂ ਤੋਂ ਬਿਨਾਂ ਕਿਵੇਂ ਜਿੰਦੇ ਰਹਿ ਸਕਦੇ ਹਾਂ। ਸਾਡੇ ਜੀਵਨ ਦਾ ਆਧਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਹਨ। ਮੈਂ ਗੁਰ ਬਾਣੀ ਆਧਾਰ ਹੈ। ਮੈਨੂੰ ਗੁਰੂ ਦੀ ਬਾਣੀ ਨਾਮ ਦਾ ਆਧਾਰ ਆਸਰਾ, ਗੁਰੂ ਦੇ ਬਚਨਾਂ ਦਾ ਆਸਰਾ ਹੈ। ਕਈ ਵਾਰੀ ਅਸੀਂ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਇਹਦਾ ਬਚਨ ਤਾਂ ਮੰਨਦੇ ਨਹੀਂ, ਅਤੇ ਫਿਰ ਇਹਨੂੰ ਕਿਵੇਂ ਮੰਨਦੇ ਹੋਏ? ਸ਼ਰਾਬਾਂ ਪੀਂਦੇ ਆ, ਮਾਦਕ ਚੀਜ਼ਾਂ ਖਾਂਦੇ ਆ, ਹੋਰ ਕਈ ਕੁਛ ਕਰਦੇ ਆ, ਨਿੰਦਾ ਝੂਠ ਫਰੇਬ ਈਰਖਾ ਵਕੀਲੀ ਕਰਦੇ ਆ, ਫਿਰ ਕਿਵੇਂ ਮੰਨਦੇ ਹੋਏ? ਮੰਨਣਾ ਕੀ ਹੈ? ਗੁਰੂ ਦੀ ਬਾਣੀ ਦਾ ਮਤਲਬ ਹੀ ਗੁਰੂ ਦੇ ਬਚਨ। ਸਾਨੂੰ ਗੁਰੂ ਦੇ ਬਚਨਾਂ ਦਾ ਆਧਾਰ ਆਸਰਾ ਹੈ। ਗੁਰਬਾਣੀ ਲਾਗ ਰਹਾਉ। ਅਸੀਂ ਗੁਰੂ ਦੀ ਬਾਣੀ ਨਾਲ ਹਮੇਸ਼ਾ ਲੱਗੇ ਰਹਿੰਦੇ ਹਾਂ। ਗੁਰੂ ਨੇ ਬਾਣੀ ਬਚਨ ਕਿਹਾ ਸੀ ਨਾ, 5 ਸਿੱਖਾਂ ਦੇ ਸਿਰਾਂ ਦੀ ਲੋੜ ਹੈ। ਬੈਠੇ ਤਾਂ ਉੱਥੇ 85,000 ਸੀ, ਪਰ ਬਚਨ ਦੀ ਮਨੌਤ ਵਾਲੇ ਤਾਂ 5 ਹੀ ਨਿਕਲੇ ਸੀ ਨਾ। ਉਹ ਬਾਣੀ ਬੋਲੀ ਸੀ ਇਹ 5 ਸਿਰ ਚਾਹੀਦੇ ਆ, ਅਤੇ ਬਾਅਦ ਤਾਂ ਵਿੱਚ ਤਾਂ ਫਿਰ ਚਲੋ ਹੋਰ ਵੀ ਕਈ ਪੈਦਾ ਹੋ ਗਏ, ਪਰ ਇਸ ਕਰਕੇ ਬਾਣੀ ਕਹੀ ਸੀ। ਮਹਾਰਾਜ ਨੇ ਕਰਤਾਰਪੁਰ ਸਾਹਿਬ ਇਹ ਮੁਰਦਾ ਛਕੋ ਬਈ, ਸਾਰੇ ਠਠੈਂਬਰ ਹੋ ਗਏ। ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਵੀ ਪਰੇ ਜਾ ਹੋ ਗਿਆ। ਕਹਿੰਦੇ ਲੈਣੇ ਨੂੰ ਕਹਿੰਦੇ ਤੂੰ ਕੀ ਕਰਦਾ, ਦੇਖੀ ਜਾਣਾ, ਗੇੜੇ ਕੱਢੀ ਜਾਣਾ, ਖਾਂਦਾ ਨਹੀਂ। ਕਹਿੰਦਾ ਮਹਾਰਾਜ ਇਹ ਨਹੀਂ ਹੁਕਮ ਹੋਇਆ ਕਿਹੜੇ ਪਾਸੋਂ ਖਾਵਾਂ। ਕਹਿੰਦੇ ਕੱਪੜਾ ਚੱਕ ਲੈ, 4 ਸ਼ੁਰੂ ਇੱਕੋ ਜਿਹਾ ਹੀ ਆ। ਜਿਹੜੇ ਚੱਕਿਆ ਦੇ ਕੜਾਹ ਪ੍ਰਸ਼ਾਦ, ਉਹ ਤਾਂ ਮਾਇਕੀ ਰਚਨਾ, ਉਹਨਾਂ ਦੀ ਲੀਲਾ ਸੀ, ਇੱਕ ਕੌਤਕ ਸੀ। ਕਿਉਂ ਕੜਾਹ ਪ੍ਰਸ਼ਾਦ ਤਾਂ 4 ਸ਼ੁਰੂ ਇੱਕੋ ਜਿਹਾ ਹੀ ਹਨ, ਇਹਦਾ ਕੋਈ ਸਿਰ ਮੂੰਹ ਥੋੜ੍ਹੀ ਹੁੰਦਾ। ਮਹਾਰਾਜ ਦਾ ਪ੍ਰਸ਼ਾਦ, ਇਹ ਜਿਹੜਾ ਪ੍ਰਸ਼ਾਦ ਆ ਇਹਦਾ ਆਦ ਅੰਤ ਨਹੀਂ ਹੈ, ਕਿਰਪਾ ਐਸੀ ਹੈ। ਇਸ ਵਾਸਤੇ ਬਾਣੀ ਕਹੀ ਸੀ। ਬਾਣੀ ਮੰਨਣੀ ਬੜੀ ਔਖੀ ਹੈ। ਇਹ ਹਰੀ ਹਰ ਪਰਮੇਸ਼ਰ ਦਾ ਨਾਮ। ਆ ਹੀਰੇ ਹੂਰੇ ਕਿਆ ਇਹ ਰਤਨਾਂ ਦੀ ਨਿਆਈ। ਰਵਿਦਾਸ ਕੋ ਝਾਲਾਂ ਰਾਣੀ ਆਈ ਸੀ। ਮੇਰੇ ਗੁਰਦੇਵ ਬੜੇ ਗਰੀਬ ਆ, ਝੌਂਪੜੀ ਰਹਿੰਦੇ ਆ, ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦੇ ਆ। ਆ ਮਾਰਾ ਹੀਰਾ ਲੈ ਲਓ, ਇਹਨੂੰ ਵੇਚ ਵੱਟ ਕੇ ਸੋਹਣਾ ਸਥਾਨ ਬਣਾਓ, ਲੰਗਰ ਚਲਾਓ, ਐਨ ਸਾਜਤਾ, ਚੇਲੇ ਚਾਟੜੇ ਹਰ ਵੇਲੇ ਅਰਦਲ 'ਚ ਰਹਿਣ। ਕਹਿੰਦੇ ਦੇਵੀ ਸਾਨੂੰ ਇਹਦੀ ਲੋੜ ਨਹੀਂ। ਉਹ ਹੱਠ ਕੀਤਾ, ਕਹਿੰਦੇ ਆ ਝੌਂਪੜੀ ਟੰਗ ਦੇ। ਉੱਥੇ ਟੰਗੀ, ਫੇਰ ਆਈ ਤਾਂ ਉਹੀ ਕੁਛ। ਕਹਿੰਦੇ ਮਹਾਰਾਜ ਕਹਿੰਦੇ ਉਹ ਲੈ ਲਾ ਆਪਣਾ ਹੀਰਾ। ਉੱਥੇ ਫਿਰ ਸ਼ਬਦ ਕਿਹਾ ਸੀ ਨਾ, ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਖ ਹੈ ਰਵਿਦਾਸ। ਕਹਿੰਦੇ ਹਰੀ ਦੇ ਨਾਮ ਦੇ ਬਰਾਬਰ ਕੋਈ ਹੀਰੇ ਹੂਰੇ ਨਹੀਂ। ਇਹ ਤਾਂ ਮੌਤ ਦੇ ਕਾਰਨ ਆ। ਉਹ ਨੂਰ ਹੀਰੇ ਵਾਸਤੇ ਥੋੜ੍ਹੇ ਜੰਗ ਹੋਏ। ਇਹ ਮਹਾਰਾਜ ਯੁਧਿਸ਼ਠਿਰ ਤੋਂ ਤੁਰਿਆ ਆ, ਅੱਜ ਦਾ ਨਹੀਂ। ਫਿਰ ਮਹਾਰਾਜ ਰਣਜੀਤ ਸਿੰਘ ਕੋ ਆਇਆ, ਫਿਰ ਦਲੀਪ ਸੰਨਾ ਠੱਗੀ ਠੋਰੀ ਕਰਕੇ ਗੋਰਿਆਂ ਲੈ ਗਿਆ। ਹੁਣ ਗੋਰਿਆਂ ਨੇ ਕਿਹਾ ਵੀ ਸਾਤੋਂ ਨਾ ਕੋਈ ਲੈ ਜਾਏ। ਇਹਨਾਂ ਨੇ ਉਹ ਚੀਰ ਚੂਰ ਕੇ ਨਾ ਉਹ ਮਲਕਾ ਵਾਇਸਰਾ ਦੇ ਤਾਜ ਵਿੱਚ ਜੜਿਆ। ਮੈਂ ਉੱਥੇ ਜਾ ਕੇ ਦੇਖਿਆ, ਉਹਦਾ ਰੂਪ ਹੀ ਨਹੀਂ ਰਹਿਣ ਦਿੱਤਾ ਵਿਚਾਰੇ ਦਾ, ਇਸ ਤਰ੍ਹਾਂ ਦਾ ਬਣਾ ਦਿੱਤਾ ਉਹਨੂੰ। ਸੋ ਇਸ ਕਰਕੇ ਇਹ ਨਾਮ ਰੂਪੀ ਹੀਰਾ ਕਲਾ ਕਲੇਸ਼ ਲੜਾਈ ਝਗੜੇ ਵਿਵਾਦ ਖਤਮ ਕਰਦਾ ਹੈ। ਇਹਨਾਂ ਹੀਰਿਆਂ ਜਵਾਹਰਾਤਾਂ 'ਤੇ ਬੜੇ ਦੰਗੇ ਫਸਾਦ ਖੂਨ ਖਰਾਬੇ ਹੁੰਦੇ ਹਨ। ਇਸ ਕਰਕੇ ਪਰਮੇਸ਼ਰ ਦਾ ਨਾਮ ਵੱਡਾ ਹੀਰਾ। ਅਤੇ ਆਨੰਦ ਸਾਹਿਬ ਦੀ 25ਵੀਂ ਪੌੜੀ 'ਚ ਵੀ ਹੈਗਾ ਨਾ, ਗੁਰ ਕਾ ਸ਼ਬਦ ਰਤਨ ਹੈ ਹੀਰਾ। ਪਰ ਹੁਣ ਆਪਾਂ ਤਾਂ ਆਨੰਦ ਸਾਹਿਬ ਵੀ ਭਾਗਾਂ ਵਾਲੀ ਪੜ੍ਹਦੇ ਆ। 5 ਪੌੜੀਆਂ ਨੇ ਸਾਰ ਲਿਆ ਵੀ ਅੱਗੇ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ, ਵੀ ਅੱਗੇ ਵੀ ਕੋਈ ਦੱਸਿਆ ਇਹਦੇ 'ਚ, ਇੰਨੇ ਨਾ ਸਾਰੀ ਜਾਂਦੇ ਹਾਂ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਰਤਨ ਹੀਰਾ ਹੈ। ਇਹ ਭਾਈ ਜੀਤੇ ਗੁਰੂ ਤੁੱਠੇ ਹੁੰਦੇ ਨਾ, ਪ੍ਰਸੰਨ ਹੁੰਦੇ, ਉਹਨੂੰ ਦੇ ਦਿੰਦੇ। ਦੀਵਾਨ ਲੱਗਾ ਹੋਇਆ ਸੀ ਸੰਤ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਡੋਰੀ, ਬੜੇ ਮਹਾਂਪੁਰਖ ਸੀਗੇ, ਬਰਮਾ ਫੌਜ ਵਿੱਚ ਸੀ। ਉਹਨਾਂ ਦੇ ਭਾਈ ਸਾਹਿਬ ਦੀ ਲੜਕੀ ਦੀ ਸ਼ਾਦੀ, ਆਪ ਤੋਂ ਬਾਲ ਬ੍ਰਹਮਚਾਰੀ ਸੀ। ਅਤੇ ਮਹਾਰਾਜ ਜ਼ਰੂਰ ਕਿਰਪਾ ਕਰਿਓ
ਕਹਿੰਦੇ ਵੀ ਛੁੱਟੀ ਛਾਟੀ ਦਾ ਪਤਾ ਨਹੀਂ ਮਿਲਦੀ ਕਿ ਨਹੀਂ, ਫੌਜ ਦਾ ਕੰਮ ਇਸ ਤਰ੍ਹਾਂ ਹੀ ਹੁੰਦਾ। ਕਹਿੰਦੇ ਨਹੀਂ ਮਹਾਰਾਜ, ਕਹਿੰਦੇ ਚੰਗਾ ਫਿਰ ਜਿਵੇਂ ਗੁਰੂ ਕਿਰਪਾ ਕਰੇਗਾ। ਉੱਧਰ ਫੌਜ ਵਿੱਚ ਵੀ ਡਿਊਟੀ ਦੇ ਰਹੇ ਆ, ਦੂਆ ਸਰੀਰ ਧਾਰ ਕੇ ਆਪਣੇ ਭਰਾ ਦੀ ਲੜਕੀ ਦੇ ਸਮਾਗਮ 'ਚ ਵੀ ਸੇਵਾ ਨਿਭਾ ਰਹੇ ਆ। ਐਸੇ ਕਲਾਵਾਨ ਮਹਾਂਪੁਰਖ। ਅਤੇ ਉਹਨਾਂ ਦੇ ਗੁਰੂ ਭਾਈ ਸੀ ਰੁਕਵਾਲ ਵਾਲੇ, ਦੀਵਾਨ ਲੱਗਾ, ਖਿੜ ਖੜਾ ਕੇ ਹੱਸ ਪਏ। ਕਹਿੰਦੇ ਮਹਾਰਾਜ ਜੀ, ਕਹਿੰਦੇ ਅੱਜ ਮੇਰੇ ਗੁਰੂ ਭਾਈ ਨੂੰ ਸੱਚੇ ਦੇ ਦਰਗਾਹ ਦੀਆਂ ਚਾਬੀਆਂ ਮਿਲ ਗਈਆਂ, ਰੂਹਾਨੀਆਂ ਦੀ ਬਖਸ਼ਿਸ਼ ਹੋ ਗਈ। ਰੂਹਾਨੀਅਤ ਦੀ ਬਖਸ਼ਿਸ਼, ਇਹ ਬਖਸ਼ਾਂ ਲੈਣ ਵਾਸਤੇ ਬੜੀਆਂ ਕਮਾਈਆਂ ਕਰਨੀਆਂ ਪੈਣੀਆਂ। ਅੱਜ ਅਸੀਂ ਆਉਂਦੇ ਕਿਰਪਾ ਕਰ ਦਿਓ ਜੀ। ਹੁਣ ਦਿਹਾੜੀਦਾਰ 8-8 ਘੰਟੇ ਟੋਕਰੀ ਢੋਂਦਾ, ਉਵੇਂ ਕਹੇ ਕਿਰਪਾ ਕਰ ਦਿਓ, ਦਿਹਾੜੀ ਦੇ ਦੇਊਗਾ ਕੋਈ? ਸਾਰਾ ਦਿਨ ਟੋਕਰੀ ਢੋਈ, ਗਾਲੀ ਗਲੋਚ ਵੀ ਚੱਲਦਾ, ਦੁੱਖ ਸੁੱਖ ਵੀ, ਫੇਰ ਜਾ ਕੇ ਮਿਲਦੀ। ਗੁਰੂ ਘਰ ਆਉਂਦੇ ਕਹਿਣਗੇ ਜੀ ਕਿਰਪਾ ਕਰ ਦਿਓ। ਅਤੇ ਗੁਰੂ ਘਰ ਨਾ ਕੋਈ ਸੇਵਾ ਕੀਤੀ, ਨਾ ਕੋਈ ਪੁੰਨਦਾਨ, ਨਾ ਕੋਈ ਸਿਮਰਨ ਕੀਤਾ, ਨਾ ਜੋੜੇ ਝਾੜੇ, ਨਾ ਝਾੜੂ ਫੜਿਆ, ਨਾ ਲੰਗਰ ਦੀ, ਨਾ ਕੋਈ ਦੀਵਾਨ, ਕੋਈ ਹੋਰ ਸੇਵਾ ਕੀਤੀ। ਆਉਂਦੇ ਹੀ ਕਿਰਪਾ ਕਰ ਦਿਓ ਜੀ। ਕਿਰਪਾ ਲੋਕਾਂ ਨੇ ਇੰਨੀ ਸਸਤੀ ਬਣਾ ਲਈ ਹੈ। ਇੰਨੀ ਸਸਤੀ ਨਹੀਂ, ਕਿਰਪਾ ਲੈਣ ਵਾਸਤੇ ਬੜੀ ਕਮਾਈ ਕਰਨੀ ਪੈਂਦੀ ਹੈ। ਮੈਂ ਧਾਰ ਸੱਚੇ ਨਾਮ ਕੀ, ਮੈਨੂੰ ਸੱਚੇ ਨਾਮ ਦਾ ਧਾਰ ਆਸਰਾ ਹੈ। ਹਰ ਨਾਮ ਰਹਾ ਲਿਵ ਲਾਏ, ਐਸੀ ਕਿਰਪਾ ਕਰੋ ਹਰ ਵੇਲੇ ਹਰੀ ਦੇ ਨਾਮ ਨਾਲ ਲਿਵ ਵਿਰਤੀ ਲਾ ਕੇ ਜੋੜ ਕੇ ਰਹਾਂ। ਗੁਰ ਗਿਆਨ ਪਦਾਰਥ ਨਾਮ ਹੈ। ਹਾਂ, ਜੇ ਗਿਆਨ ਪਦਾਰਥ ਪਾਉਣਾ ਨਾ, ਇੱਕ ਤਾਂ ਜਨਮ ਪਦਾਰਥ, ਇਹ ਜਨਮ ਵੀ ਪਦਾਰਥ ਹੈ, ਮਨੁੱਖ ਜਨਮ ਵੀ ਉਹਦੀ ਕਿਰਪਾ ਬਿਨਾਂ ਨਹੀਂ ਮਿਲਦਾ। ਔਰ ਦੂਸਰਾ ਹੈ ਨਾਮ ਪਦਾਰਥ, ਗਿਆਨ ਪਦਾਰਥ ਹੈ, ਮੁਕਤ ਪਦਾਰਥ ਹੈ। ਇਹ ਗਿਆਨ ਪਦਾਰਥ ਪਾਉਣਾ, ਨਾਮ ਦੀ, ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ। ਹਰ ਨਾਮੋ ਦੇ ਨਿਰੜਾਏ, ਹਰੀ ਦੇ ਨਾਮ ਦੁਆਰਾ ਉਹ ਦ੍ਰਿੜਾਏ, ਮਨ ਦੀ ਅਵਸਥਾ ਨੂੰ ਪੱਕਾ ਪਰਪੱਕ ਕਰ ਦਿੰਦੇ। ਅਤੇ ਜਿਹੜਾ ਅਕਿਤਾਬੀ ਗਿਆਨ ਹੈ, ਇਹ ਤਾਂ ਸਾਧ ਸੰਗਤ ਜੀ ਮਾਇਆ ਪਦਾਰਥਾਂ ਬੁੱਧੀ ਕੰਮ ਕਰਦੀ ਮਿਲ ਜਾਂਦਾ। ਪਰ ਜਿਹੜਾ ਆਤਮਾ ਗਿਆਨ ਹੈ, ਇੱਥੇ ਦਾ ਆਪਾ ਆਪ ਗਵਾ ਕੇ ਫਿਰ ਹੀ ਆਪ ਗਵਾਈਏ ਤਾਂ ਸ਼ੌ ਪਾਈਏ, ਅਵਰ ਕੈਸੀ ਚਤੁਰਾਈ। ਐਸੀ ਅਵਸਥਾ ਬਣਾਉਣੀ ਪੈਂਦੀ ਹੈ। ਜਿਸ ਪ੍ਰਾਪਤ ਸੋ ਲਹੈ, ਜਿਹਨੂੰ ਪ੍ਰਾਪਤ ਹੋ ਜਾਂਦਾ ਉਹ ਫਿਰ ਦ੍ਰਿੜ ਰਹਿੰਦਾ, ਉਹ ਡੋਲਦਾ ਨਹੀਂ ਹੈ। ਆਰਾ ਫਿਰ ਰਿਹਾ ਮਤੀ ਦਾਸ ਜੀ ਦੇ ਸੀਸ 'ਤੇ, ਆਨੰਦ 'ਚ ਬੈਠੇ, ਦ੍ਰਿੜ ਹੋ ਕੇ ਰਹੇ ਕਿ ਨਹੀਂ? ਅਤੇ ਜਿਹੜੇ ਆਰਾ ਫੇਰਨ ਵਾਲੇ ਉਹਨਾਂ ਹੀ ਤਾਂ ਲੱਤਾਂ ਥੜਕਦੀਆਂ ਸੀ। ਅਤੇ ਜਿਹੜਾ ਕਾਜੀ ਹੁਕਮ ਚਾੜ੍ਹਦਾ ਸੀ ਉਹ ਵੀ ਕੰਬ ਰਿਹਾ ਸੀ। ਅਤੇ ਜਿਹਨੂੰ ਉਹਨੂੰ ਹੁਕਮ ਦਿੱਤਾ ਉਹ ਵੀ ਇਹ ਲੇਖਾ ਤਾਂ ਦੇਣਾ ਹੀ ਪੈਣਾ ਨਾ, ਜਿਹੜਾ ਇਹੋ ਜਿਹਾ ਕਰਮ ਕਰਾਉਂਦਾ। ਚਲੋ ਅੱਜ ਤਾਂ ਕੋਈ ਸੱਤਾ ਹੈਗੀ ਆ, ਕਰੀ ਜਾਂਦਾ। ਅਤੇ ਇੱਕ ਦਿਨ ਫਿਰ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਬਣੀ ਜਾਂਦੀਆਂ ਹੁੰਦੀਆਂ। ਸਦਾ ਥੋੜ੍ਹੀ ਹੁੰਦਾ ਵੀ ਮੇਰਾ ਹੁਕਮ ਚੱਲੀ ਜਾਣਾ, ਉਹਦਾ ਫਿਰ ਟਾਈਮ ਆ ਜਾਂਦਾ। ਪਰ ਜਿਨ੍ਹਾਂ ਉੱਤੇ ਹੋ ਰਿਹਾ ਉਹ ਕਿਸ ਤਰ੍ਹਾਂ ਅਡਿੱਗ ਅਡੋਲ ਅਟਲ ਅਵਸਥਾ ਵਿੱਚ ਬੈਠੇ ਹਨ। ਗੁਰ ਚਰਣੀ ਲਾਗੇ ਆਏ, ਉਹ ਤਾਂ ਗੁਰੂ ਦੇ ਚਰਨੀ ਆ ਕੇ ਲੱਗ ਗਏ। ਸਾਹਮਣੇ ਤਾਂ ਮਹਾਰਾਜ ਬੈਠੇ ਆ, ਨੌਵੇਂ ਪਾਤਸ਼ਾਹ, ਸਾਹਮਣੇ ਉਹਨਾਂ ਦੇ ਕੁਝ ਹੋ ਰਿਹਾ। ਤਾਂ ਕਰਦੇ ਸੀ ਕਿਸੇ ਦੇ ਪੁੱਤ 'ਤੇ ਕਰੀਏ ਨਾ, ਪਿਓ ਡੋਲ ਜਾਂਦਾ ਹੁੰਦਾ। ਜਿਹੜੇ ਸਿੱਖਾਂ ਦੇ ਘਰਾਂ ਘਬਰਾ ਕੇ ਇਹ ਸਾਡਾ ਧਰਮ ਕਬੂਲ ਕਰ ਲੈਣਗੇ, ਬਸ ਸਾਰਾ ਇੱਕੋ ਹੀ ਰੰਗ ਵਿੱਚ ਦੁਆਸ਼ ਰੰਗਿਆ ਜਾਏਗਾ। ਅਤੇ ਮਹਾਰਾਜ ਮੁਸਕਰਾਉਂਦੇ ਅਤੇ ਸਿੱਖ ਵੀ। ਜਿਹੜੀ ਪੜ੍ਹਾਈ ਕਰਾਈ ਸੀ ਪੂਰੇ ਨੰਬਰ ਲੈ ਰਿਹਾ ਮਤੀ ਦਾਸ, ਸਤੀਦਾਸ ਦਿਆਲ ਦਾਸ, ਅਤੇ ਉਹ ਹੱਸ ਰਿਹਾ। ਅਸੀਂ ਵੀ ਅੱਜ ਮਹਾਰਾਜ ਦੇ ਮੋਹਰੇ ਪੂਰੇ ਨੰਬਰ ਲੈ ਕੇ ਇਸ ਇਮਤਿਹਾਨ ਵਿੱਚੋਂ ਪਾਸ ਹੋ ਰਹੇ ਹਾਂ। ਗੁਰੂ ਵੀ ਚੇਲਾ ਵੀ। ਕਮਾਲ ਹੈ। ਐਸਾ ਗੁਰਸਿੱਖਾਂ ਦਾ ਇਤਿਹਾਸ ਅੱਜ ਸਾਨੂੰ ਇਹ ਚੰਗਾ ਨਹੀਂ ਲੱਗਦਾ। ਕਿਸ ਤਰ੍ਹਾਂ ਰੂਮਾਂ ਦੀ ਧੜਾ ਧੜ ਬੇਅਦਬੀ ਕਰਕੇ, ਬੇਮੁਖ ਹੋ ਕੇ, ਸਾਧ ਸੰਗੀ ਫੈਸ਼ਨਾਂ ਦੇ ਅਧੀਨ ਹੋ ਕੇ ਸਿੱਖੀ ਨੂੰ ਤਲਾਂਜਲੀ ਦੇ ਰਹੇ ਹਾਂ। ਅਕਥ ਕਹਾਣੀ ਪ੍ਰੇਮ ਕੀ, ਇਹ ਪ੍ਰੇਮ ਦੀਆਂ ਕਹਾਣੀਆਂ ਅਕਥਨੀਆਂ, ਇਹ ਗੱਲਾਂ ਬਾਤਾਂ ਵਿੱਚ ਭੂਤਾਂ ਜਿਨ੍ਹਾਂ ਦੀਆਂ ਕਹਾਣੀਆਂ ਨੇ, ਇਹ ਕਹਾਣੀਆਂ ਅਕਥਨ ਹੈ। ਇਹਨਾਂ ਦਾ ਕਥਨ ਕਰਨਾ, ਇਸ 'ਤੇ ਚੱਲਣਾ
ਬੜਾ ਕਠਿਨ ਹੈ। ਦੁਨੀਆ ਦੀਆਂ ਦੰਦੀਆਂ ਜੁੜ ਜਾਂਦੀਆਂ। ਕੋਈ 10ਵੇਂ ਪਾਤਸ਼ਾਹ ਤੂੰ ਇਹੋ ਜਿਹੇ ਸਿੱਖ ਪੈਦਾ ਕਰ ਗਿਆ ਸਿੰਘ, ਕਮਾਲ ਹੈ। ਕੈਸੇ ਸਿੰਘ ਪੈਦਾ ਕੀਤੇ? ਪਰ ਦੁਨੀਆ ਦਾ ਇਤਿਹਾਸ ਪੜ੍ਹ ਲੱਜੂਗਾ। ਪਰ ਪਾਤਸ਼ਾਹ, ਪਰ ਸਾਡੀ ਬਦਕਿਸਮਤੀ, ਅਸੀਂ ਆਪਣੇ ਵਿਰਸੇ ਨੂੰ ਟੁੱਟ ਕੇ ਧੱਕੇ ਖਾਂਦੇ ਫਿਰਦੇ ਹਾਂ। ਕੋ ਪ੍ਰੀਤਮ ਆਖੇ ਆਏ, ਕੋਈ ਪਿਆਰਾ ਆ ਕੇ ਆਖੇ ਕਿ ਤੂੰ ਗੁਰਸਿੱਖ ਬਣ, ਅੰਮ੍ਰਿਤ ਛਕ ਕੇ ਸਿੰਘ ਸਾਜਾ, ਅਤੇ ਧੰਨ ਭਾਗ ਸਮਝ ਕਿ ਮੈਨੂੰ ਭੋਲੇ ਨੂੰ ਮਾਰਗ ਪਾ ਰਿਹਾ। ਅਸੀਂ ਸਗੋਂ ਮਸ਼ਕਰੀਆਂ ਕਰਦੇ ਹਾਂ ਜੇ ਕੋਈ ਸਿੱਖਿਆ ਦਿੰਦਾ ਹੈ। ਤਿਸ ਦੇਵਾ ਮਨ ਆਪਣਾ, ਜਿਹੜਾ ਸਾਨੂੰ ਸਿੱਖਿਆ ਦੇ ਕੇ ਟੁੱਟੇ ਨੂੰ ਗੁਰੂ ਨਾ ਗੰਢੇ, ਉਹਨੂੰ ਆਪਣਾ ਤਨ ਮਨ ਧਨ ਸੌਂਪ ਦੇਵਾਂਗੇ। ਨਿਵ ਨਿਵ ਲਾਗਾ ਪਾਏ, ਝੁਕ ਝੁਕ ਕੇ ਉਹਦੇ ਚਰਨੀ ਲੱਗਾਂਗੇ। ਸਾਨੂੰ ਬੇਮੁਖਾਂ ਨੂੰ ਸਮੱਤ ਦੇ ਕੇ ਤੂੰ ਗੁਰੂ ਦੇ ਚਰਨਾਂ ਨਾਲ ਜੋੜ ਰਿਹਾ ਹੈ। ਸੱਜਣ ਮੇਰਾ ਏਕ ਤੂੰ, ਮੇਰਾ ਸੱਜਣ ਤਾਂ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਆਪ ਜੀ ਹੋ। ਆਪ ਦੀ ਬਿਨਾਂ ਸੱਜਣ ਸਾਡਾ ਸੱਜਣ ਤੂੰ ਹੈ, ਸੈਣ ਤੂੰ ਹੈ। ਤੁਧ ਉੱਪਰ ਬਹੁ ਮਾਣੀਆਂ, ਤੇਰੇ ਤੇ ਸਾਨੂੰ ਮਾਣ ਭਰੋਸਾ ਹੈ। ਕਰਤਾ ਪੁਰਖ ਸੋ ਜਾਣ, ਉਹ ਕਰਤਾ ਪੁਰਖਿਆ ਸਭ ਕੁਛ ਕਰਨ ਵਾਲਾ, ਬੜਾ ਸਜਾਣ ਚਤੁਰ ਦਾਨਾ ਬੀਨਾ ਹੈ। ਸਤਿਗੁਰ ਮੀਤ ਮਿਲਾਇਆ, ਸਤਿਗੁਰੂ ਜੀ ਨੇ ਮੀਤ, ਉਹ ਮਿੱਤ ਸਰੂਪੀ ਨਿਰੰਕਾਰ ਨਾਲ ਮਿਲਾ ਦਿੱਤਾ ਹੈ। ਮੈਂ ਸਦਾ ਸਦਾ ਤੇਰਾ ਤਾਣ, ਮੈਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਤੇਰਾ ਤਾਣਿਆ, ਤੇਰਾ ਬਲ ਹੈ। ਇਸ ਵਾਸਤੇ ਉਹਦੇ ਤਾਣ ਬਲ ਦੇ ਨਾਲ ਉਹ ਸਾਰੇ ਕੰਮ ਕਰਦੇ। ਜਦੋਂ ਕਹਿੰਦਾ ਮੇਰੇ 'ਚ ਆਪਣੇ ਬਲ ਹੈਗਾ, ਮੈਨੂੰ ਲੋੜ ਨਹੀਂ, ਕਹਿੰਦੇ ਚੰਗਾ ਵੀ ਫਿਰ। ਅਤੇ ਜਦੋਂ ਉਹਦੇ ਆਸਰੇ ਹੋ ਜਾਂਦਾ, ਫਿਰ ਉਹ ਸ਼ਕਤੀ ਦੇਈ ਵੀ ਜਾਂਦਾ। ਜਿਵੇਂ ਦਰਿਆ ਦਾ ਪਾਣੀ ਪਿੱਛੋਂ ਹੋਰ ਆਈ ਜਾਂਦਾ, ਮੁੱਕਦਾ ਥੋੜ੍ਹੀ। ਇਹ ਪ੍ਰਵਾਹ ਮੁੱਕਣ ਵਾਲਾ ਥੋੜ੍ਹੀ ਹੈ। ਪਰ ਉਹਦੇ ਬਣ ਜਾਈਏ। ਜਦੋਂ ਥੋੜ੍ਹੀ ਜਿਹੀ ਵੀ ਕਿਨਾਰਾ ਕਸ਼ੀ ਇੱਧਰ ਉੱਧਰ ਕਰਦੇ ਨਾ, ਫਿਰ ਮੁੰਦੇ ਭਾਰ ਡਿੱਗਣਾ ਪੈਂਦਾ। ਅਤੇ ਜਦੋਂ ਫਿਰ ਐਨ ਸੁਚੇਤ ਸਾਵਧਾਨ ਹੋ ਕੇ, ਸਾਵਧਾਨ ਇਕਾਗਰ ਚੀਤ ਤੁਰਾਂਗੇ, ਅਤੇ ਫਿਰ ਬਰਕਤਾਂ ਦੇ ਭੰਡਾਰ ਖੋਲ੍ਹ ਦਿੰਦਾ ਹੈ। ਸਤਿਗੁਰ ਮੇਰਾ ਸਦਾ ਸਦਾ, ਸਤਿਗੁਰੂ ਮੇਰਾ ਤਾਂ ਸਦਾ ਹੀ ਸਦਾ ਹੀ ਰਕਸ਼ਾ ਪ੍ਰਤਪਾਲਣਾ ਕਰਦਾ, ਇਹਦੀ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ। ਨਾ ਆਵੇ ਨਾ ਜਾਏ, ਉਹ ਤਾਂ ਨਾ ਆਉਂਦਾ ਹੀ ਆ, ਨਾ ਜਾਂਦਾ ਹੀ ਹੈ। ਹਾਂਜੀ, ਕਈ ਵਾਰੀ ਬਾਜਾਂ ਮਾਰਦੇ ਆ ਜਾ ਆ ਜਾ, ਗਿਆ ਕਿੱਥੇ ਹੈ? ਆਉਣਾ ਤਾਂ ਉਹਦਾ ਹੁੰਦਾ ਜਿਹੜਾ ਚਲੇ ਗਿਆ ਹੋਵੇ। ਉਹ ਤਾਂ ਸਦਾ ਹੀ ਅੱਜ ਵੀ ਹਾਜ਼ਰ ਆ, ਹਰ ਵੇਲੇ। ਔਰ ਗੁਪਤ ਪ੍ਰਗਟ ਹੋ ਜਾਣਾ ਉਹਦੀ ਇੱਕ ਲੀਲਾ ਹੀ ਹੈ। ਇਸ ਵਾਸਤੇ ਸਤਿਗੁਰ ਮੇਰਾ ਸਦਾ ਸਦਾ, ਉਹ ਤਾਂ ਹਮੇਸ਼ਾ ਹਮੇਸ਼ਾ ਹੀ ਆ। ਨਾ ਆਵੇ ਨਾ ਜਾਏ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ, ਉਹ ਹਮੇਸ਼ਾ। ਕਈ ਕਹਿੰਦੇ ਬਈ ਜਿਵੇਂ ਮੌਜੂਦਾ ਡਾਕਟਰ ਉਹੀ ਇਲਾਜ ਕਰੂ ਜਿਹੜਾ ਡਾਕਟਰ ਹੋ ਕੇ ਮਰ ਗਿਆ ਹੈ। ਉਹ ਤੋਂ ਆਪਾਂ ਕਹਾਂਗੇ ਉਹਦੀਆਂ ਲਿਖੀਆਂ ਪੁਸਤਕਾਂ ਨਵੇਂ ਪੜ੍ਹੀ ਜਾਂਦੇ, ਉੱਥੋਂ ਹੀ ਆਸਰਾ ਲੈਂਦੇ ਆ ਨਾ। ਅਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਵੀ ਇਸ ਤਰ੍ਹਾਂ ਹੀ ਆ ਮੌਜੂਦਾ, ਪਰ ਸਾਡਾ ਗੁਰੂ ਤਾਂ ਆਉਣ ਜਾਣ ਵਿੱਚ ਇਹ ਹੈ ਨਹੀਂ, ਉਹਦਾ ਸਦਾ ਹੀ ਹੈ। ਅਤੇ ਜਦੋਂ ਸਦਾ ਹੀ ਹੈਗਾ, ਫਿਰ ਦਹਿਨੇ ਮੈਂ ਭਟਕਣ ਦੀ ਲੋੜ ਨਹੀਂ ਹੈ। ਉਹ ਅਬਿਨਾਸੀ ਪੁਰਖ ਹੈ, ਉਹ ਤਾਂ ਅਬਿਨਾਸੀ ਨਾਸ ਤੋਂ ਰਹਿਤ ਪੁਰਖ ਆ। ਕਈਆਂ ਨੂੰ ਭੁਲੇਖਾ ਵੀ ਨਾਸ ਹੋ ਗਿਆ, ਗੁਰੂ ਮਰ ਗਿਆ। ਗੁਰੂ ਦੇ ਤਾਂ ਦਰਸ਼ਨ ਕਰਨਾ ਜੰਮਣ ਮਰਨਾ ਮੁੱਕ ਜਾਂਦਾ, ਉਹ ਤਾਂ ਜੰਮਣ ਮਰਨ ਵਿੱਚ ਹੈ ਹੀ ਨਹੀਂ। ਇਸ ਵਾਸਤੇ ਉਹ ਤਾਂ ਅਬਿਨਾਸ਼ੀ ਪੁਰਖ, ਨਾਸ ਤੋਂ ਰਹਿਤ ਪੁਰਖ ਹੈ। ਤਿਸ ਪੁਰਖ ਕਾ ਨਾਹੀਂ ਕਦੇ ਬਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ। ਇਸ ਵਾਸਤੇ ਐਸਾ ਗੁਣਾਂ ਦਾ ਤਾਸ ਖਜ਼ਾਨਾ ਰੂਪ ਹੈ। ਸਭ ਮਹਿ ਰਹਿਆ ਸਮਾਏ, ਉਹ ਤਾਂ ਆਤਮਾ ਸੱਤਾ ਕਰਕੇ ਸਾਰਿਆਂ ਵਿੱਚ ਸਮਾਇਆ ਹੋਇਆ। ਪਰ ਉਹ ਸੱਤਾ ਦਾ ਦਰਸ਼ਨ ਦੇਖਣ ਵਾਸਤੇ ਵੀ ਤਾਂ ਕਮਾਈ ਕਰਨੀ ਪਊ। ਲੱਕੜ ਵਿੱਚ ਅੱਗ ਹੈ, ਤੁਹਾਡਾ ਭੋਜਨ ਨਹੀਂ ਬਣਾਉਂਦੀ। ਜਦੋਂ ਉਹਨੂੰ ਪ੍ਰਗਟ ਕਰਾਂਗੇ ਸਾਰੇ ਕੰਮ ਕਰਦੀ। ਰੱਬ ਤਾਂ ਸਾਰਿਆਂ 'ਚ, ਇਹ ਵੀ ਕਹਿੰਦੇ ਸਾਰਿਆਂ 'ਚ, ਪਰ ਪ੍ਰਗਟ ਨਹੀਂ ਕੀਤਾ। ਜਦ ਤੱਕ ਪ੍ਰਗਟ ਨਹੀਂ ਕਰਦੇ ਗੱਲ ਨਹੀਂ ਬਣਨੀ। ਦੁੱਧ ਵਿੱਚ ਘਿਓ ਹੈਗਾ, ਦੀਵਾ ਬਣ ਕੇ ਪ੍ਰਕਾਸ਼ ਉਦੋਂ ਕਰੇਗਾ ਜਦੋਂ ਉਹਨੂੰ ਉਬਾਲਾ ਦੇਵਾਂਗੇ, ਬੱਤ ਦੇ ਨਾਲ ਜਾਗ ਲਾਵਾਂਗੇ, ਮਧਾਣੀ ਨਾਲ ਰਿੜਕਾਂਗੇ, ਮੱਖਣ ਘਿਓ ਬਣਾਵਾਂਗੇ।
ਕਿੰਨੇ ਤਾਸ ਆਰੇਗਾ, ਫੇਰ ਬੱਤੀ ਪੈਗੀ, ਤੀਲ ਲੱਗੇਗੀ ਕਿ ਸਿੱਧਾ ਹੀ ਦੁੱਧ ਨੂੰ ਤੀਲ ਲਾਈ ਜਾਓਗੇ। ਉਹਨੂੰ ਪ੍ਰਗਟ ਕਰਨ ਵਾਸਤੇ ਸਾਧਨ ਕਰਨਾ ਪੈਂਦਾ ਹੈ। ਰੱਬ ਸਾਰਿਆਂ 'ਚ ਹੀ ਹੈ, ਪਰ ਜਦੋਂ ਤੱਕ ਉਹਨੂੰ ਸਾਖਿਆਤ ਨਹੀਂ ਕਰਦੇ ਤੁਸੀਂ ਰੋਂਦੇ ਫਿਰਦੇ ਹਾਏ ਰੱਬਾ ਮੈਂ ਮਰ ਗਿਆ। ਉਹ ਤਾਂ ਤੇਰੇ ਵਿੱਚ ਬੈਠਾ, ਤੈਨੂੰ ਉਹਦੇ 'ਤੇ ਯਕੀਨ ਹੈ ਨਹੀਂ। ਕਦੀ ਕਿਤੇ ਤੁਰਿਆ ਫਿਰਦਾ, ਕਦੀ ਤੁਰਿਆ ਫਿਰਦਾ, ਅਤੇ ਜਿਨ੍ਹਾਂ ਨੂੰ ਯਕੀਨ ਆ ਗਿਆ ਸਾਡੇ ਵਿੱਚ ਆ, ਉਹ ਤਾਂ ਡਿੱਗ ਅਡੋਲ ਬਣ ਗਏ। ਉਹ ਕਹਿੰਦੇ ਮੇਰੇ ਅੰਦਰ ਪਰਤਕ ਵੀ ਉਹੀ, ਪਰਾਕ ਵੀ, ਅੰਤਰ ਬਾਹਰ ਏਕੋ ਰਵਿਆ, ਇਹ ਗੁਰ ਗਿਆਨ ਬਤਾਈ। ਉਹ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ, ਉਹ ਐਸਾ ਅਵਿਨਾਸ਼ੀ ਪੁਰਖ ਹੈ। ਰਾਮ ਨਾਮ ਧਨ ਸੰਚਿਆ, ਇਹ ਰਾਮ ਦਾ ਨਾਮ ਰੂਪੀ ਧਨ ਉਹਨਾਂ ਨੇ ਇਕੱਤਰ ਕੀਤਾ ਹੈ, ਸੰਚਣਾ ਕੀਤਾ, ਇਕੱਠਾ ਕੀਤਾ। ਬਾਕੀ ਦੁਨੀਆ ਸੱਬਰ ਕਤਿਆਂ ਨਾਲ ਹੂੰਝਣ ਲੱਗੀ ਹੈ ਵੀ ਗੁਆਂਢੀ ਦਾ ਵੀ ਮੈਨੂੰ ਆ ਜਾਏ, ਆਲਾ ਦੁਆਲਾ ਆ ਜਾਏ। ਹੁਣ ਚੌਧਰ ਮਿਲੀ ਹੈ, ਪਤਾ ਨਹੀਂ ਮੁੜ ਕੇ ਕੁਰਸੀ ਮਿਲਣੀ ਕਿ ਨਹੀਂ, ਵੀ ਆਪਾਂ ਲਾਹਾ ਲੈ ਹੀ ਲਈਏ। ਹੁਣ 4 ਦਿਨ ਮੌਕਾ ਬਣਿਆ ਹੋਇਆ ਅਤੇ ਮੁਰਗੇ ਹੱਥ ਆਏ ਹੋਏ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਦੇ ਹੱਥ 'ਤੇ ਹੈ ਉਹ ਤਾਂ ਫਿਰ ਵੱਡੀਆਂ ਹਰਾਮਖੋਰੀਆਂ, ਲੁੱਟ ਖਸੁੱਟ ਦਾ ਬਾਜ਼ਾਰ ਬੜਾ ਗਰਮ ਰਹਿੰਦਾ। ਆਪਣੇ ਦੇਸ਼ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਕੋਈ ਗੱਲ ਹੁੰਦੀ ਹੀ ਨਹੀਂ। ਇਸ ਵਾਸਤੇ ਤਨਖਾਹ ਨੂੰ ਤਾਂ ਤਨਖਾਹ ਹੀ ਨਹੀਂ ਸਮਝਦੇ। ਉਹ ਕਹਿੰਦੇ ਜਿਹੜਾ ਉੱਪਰੋਂ ਆਵੇ ਉਹੀ ਆਪਣਾ ਮਾਲ ਮੱਤਾ ਹੈ। ਇਸ ਵਾਸਤੇ ਫਿਰ ਪੜ੍ਹੋ ਭਾਈ ਰਾਮ ਨਾਮ ਧਨ ਸੰਚਿਆ, ਉਹ ਜਿਹੜੇ ਗੁਰਮੁਖ ਪਿਆਰੇ ਆ, ਪਰਮੇਸ਼ਰ ਦਾ ਨਾਮ ਰੂਪੀ ਧਨ ਸੰਚਣਾ ਕੀਤਾ ਹੈ। ਸਾਬਤ ਪੂੰਜੀ ਰਾਸ, ਇਹ ਸਾਬਤ ਪੂੰਜੀ ਹੈ, ਇਹ ਰਾਸ ਪੂੰਜੀ ਸਦਾ ਰਾਸ ਰਹਿਣ ਵਾਲੀ ਹੈ। ਇਹ ਪੂੰਜੀ ਆ ਜਾਣੀ ਹੈ, ਚਲੇ ਜਾਣੀ ਹੈ। ਇੱਕ ਗਵਰਨਰ ਜਿਹਾ ਹੁੰਦਾ ਸੀ ਨਾ, ਬੜੀ ਮਾਇਆ ਇਕੱਠੀ ਕੀਤੀ, ਇੱਧਰ ਹਿਮਾਚਲ 'ਚ ਖਰੀਦੀ ਸੀ ਜ਼ਮੀਨ ਜਮੂਨ, ਹਵਾਈ ਜਹਾਜ਼ ਸਾਰਾ ਟੱਬਰ ਲੱਦ ਕੇ ਲਈ ਜਾਂਦਾ ਸੀ। ਜਾਮਰਾਜ ਨੇ ਕਿਹਾ ਇਕੱਠੇ ਹੀ ਮਿਲ ਗਏ, ਜਹਾਜ਼ ਕਰੈਸ਼ ਹੋ ਗਿਆ, ਹਰੀ ਹਰ ਹੋ ਗਈ ਸੀ, ਤੁਹਾਨੂੰ ਪਤਾ ਹੀ ਹੈ। ਇਸ ਵਾਸਤੇ ਕਈ ਵਾਰੀ ਬੰਦਾ ਬਹੁਤ ਕੁਝ ਕਰਦਾ ਹੈ, ਬਹੁਤ ਪ੍ਰਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪਿਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀਪ ਹੈ ਲੀਜੈ, ਛਿਨ ਛਿਨ ਛੀਜੈ ਤਨ ਜਰਾ ਜਨਾਵੈ, ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੇ। ਓਕ ਬੁੱਕ 'ਚ ਪਾਣੀ ਵੀ ਨਹੀਂ ਪਾਉਣਾ, ਸਮਾਂ ਫੇਰ ਇਹੋ ਜਿਹਾ ਵੀ ਬਣ ਜਾਂਦਾ ਹੁੰਦਾ। ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ ਹੈ। ਨਾਨਕ ਦਰਗਹਿ ਮੰਨਿਆ, ਦਰਗਾਹ ਵਿੱਚ ਉਹਨਾਂ ਦੀ ਮਨੌਤ ਹੁੰਦੀ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਜਿਹੜੇ ਗੁਰਮੁਖ ਪਿਆਰੇ ਰੇਰੇ ਦਰਗਹਿ ਕਹਿਣਾ ਕੋ ਆਓ ਬੈਠਾਦਰ ਸ਼ੁਭ ਦੋ, ਆਓ ਜੀ। ਧਰਮ ਰਾਜਾ ਕਹਿੰਦਾ ਆਓ ਮਹਾਂਪੁਰਖੋ, ਹੈਂ ਕੀਤੋ ਭਵਨ ਪਨੀਤ। ਇਸ ਵਾਸਤੇ ਇੱਕ ਵਾਰੀ ਮਹਾਂਪੁਰਖ ਕਹਿੰਦੇ ਧਰਮ ਰਾਜਾ ਮਹਾਰਾਜ ਜੇ ਪ੍ਰੇਮੀ ਨਾਲ ਕੁਨਿਆ ਕਰੇ ਅਤੇ ਮਹਾਰਾਜ ਸੰਤ ਕਹਿਣ ਲੱਗੇ ਉਹਨੂੰ ਕੰਨੋਂ ਫੜ ਕੇ ਬਦਲ ਦਿਆਂਗੇ। ਜੇ ਸਾਡੇ ਗੁਰਸਿੱਖਾਂ ਨਾਲ ਬੇਨਿਆਈ ਕਰੇਗਾ ਧਰਮ ਰਾਜ ਨੂੰ ਬਦਲ ਦਿਆਂਗੇ। ਏਡੀ ਵੱਡੀ ਤਾਕਤ ਹੁੰਦੀ ਉਹਨਾਂ ਦੇ ਅੰਦਰ। ਇਸ ਵਾਸਤੇ ਜਿਹੜੇ ਗਿਆਨਵਾਨ ਤੱਤਵ ਅਤੇ ਮਹਾਂਪੁਰਖ ਹੁੰਦੇ ਹਨ, ਗੁਰ ਪੂਰੇ ਸਾਬਾਸ, ਪੂਰੇ ਗੁਰੂ ਦੀ ਸਲਾਹ ਉਸਤਤ ਉਸਤਤ ਕਰੋ ਉਸ ਨਿਰੰਕਾਰ ਦੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲੈ। ਇਸ ਕਰਕੇ ਗੁਰਮੁਖ ਪਿਆਰਿਓ, ਏਡੀ ਵੱਡੀ ਤਾਕਤ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਦਿੱਤੀ ਹੈ। ਉਹ ਮਾਂਡਵ ਰਿਸ਼ੀ ਸੀ ਨਾ, ਅਤੇ ਉਹਨੂੰ ਧਰਮਰਾਜ ਨੇ ਬੁਲਾ ਲਿਆ। ਕਹਿੰਦੇ ਮੈਂ ਤਾਂ ਕੋਈ ਔਗਣ ਕੀਤਾ ਨਹੀਂ, ਕਿਵੇਂ ਬੁਲਾਇਆ? ਕਹਿੰਦੇ ਮਹਾਰਾਜ ਦੇਖੋ 101 ਮਾਂ ਜਨਮ, ਵੀ ਤੁਸੀਂ ਟਿੱਡੇ ਦੀਆਂ ਅੱਖਾਂ ਬਿੰਨੀਆਂ ਸੀ। ਕਹਿੰਦੇ ਉਮਰ ਕਿੰਨੀ ਸੀ? ਕਹਿੰਦੇ 5 ਸਾਲ। ਕਹਿੰਦੇ 5 ਸਾਲ ਦਾ ਬੱਚਾ ਜਿਹੜਾ ਉਹ ਤਾਂ ਮਾਂ ਪਿਓ ਦੇ ਅਧੀਨ ਹੁੰਦਾ, ਉਹ ਦੋਸ਼ ਮਾਂ ਪਿਓ ਨੂੰ ਤਾਂ ਮੈਨੂੰ ਕਿਵੇਂ, ਮੈਨੂੰ ਤਾਂ ਸੋਝੀ ਨਹੀਂ ਸੀ। ਧਰਮਰਾਜ ਘਬਰਾ ਗਿਆ, ਕਹਿੰਦਾ ਮਹਾਰਾਜ ਹੁਣ ਸਰਾਪ ਤਾਂ ਦੇਣਾ 3 ਨਾ ਦਿਓ, ਇੱਕ ਤਾਂ ਕਲਯੁਗ ਦਾ ਰਾਜਾ ਨਾ ਬਣੋ, ਇੱਕ ਤਾਂ ਇਹ ਸਰਾਪ ਨਾ ਦਿਓ, ਇੱਕ ਚਡਾਲ ਦੇ ਜਨਮ ਨਾ ਹੋਵੇ, ਚਡਾਲ ਦੇ, ਇੱਕ ਸਰੀਰ ਜ਼ਿਆਦਾ ਮੋਟਾ ਨਾ ਹੋ ਜਾਏ, ਤੁਰਨ ਫਿਰਨ ਤੋਂ ਔਖਾ ਹੋ ਜਾਊਗਾ। ਉਹ ਕਹਿੰਦਾ 3 ਹੀ ਹੋਊਗਾ। ਇਸ ਵਾਸਤੇ ਸਾਧ ਸੰਗਤ ਜੀ ਮਹਾਂਪੁਰਖ ਜਿਹੜੇ ਆ, ਇਹ ਸਾਖੀ ਲੰਬੀ ਹੈ, ਫਿਰ ਕਿਤੇ ਪੂਰੀ ਕਰ ਦਿਆਂਗੇ। ਗਿਆਨੀ ਜੀ ਕਹਿੰਦੇ ਸੀ ਅੱਜ ਥੋੜ੍ਹਾ ਟਾਈਮ ਨਾ ਕਰ ਦਿਓ।
ਸੋ ਇਸ ਵਾਸਤੇ ਵੈਸੇ ਸ਼ਬਦ ਵੀ ਅੱਜ ਅਸ਼ਟਪਦੀ ਸੀ, ਪਰ ਆਪਾਂ ਫਿਰ ਹਿਸਾਬ ਨਾਲ ਚੱਲਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਵੀ ਮਹਾਰਾਜ ਕਿਰਪਾ ਕਰਨ। ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ ਔਰ ਗਲਤੀਆਂ ਮਾਫ ਕਰਨ। ਖਾਲਸਾ ਪੰਥ ਦੀ ਚੜ੍ਹਦੀ ਕਲਾ, ਏਕਤਾ, ਇਤਫਾਕ, ਪਿਆਰ ਬਖਸ਼ਿਸ਼ ਕਰਨ। ਸਾਰੇ ਵਿਸ਼ਵ ਦਾ ਵੀ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।